ਜੇ ਸौ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ। ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ, ਆਪ ਵਡਭਾਗੇ ਹੋ ਜੋ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਹੀ ਭਾਵਨਾ ਦੇ ਨਾਲ ਮਨਾ ਰਹੇ ਹੋ। ਦਾਸ ਤੋਂ ਪਹਿਲਾਂ ਭਾਈ ਸ਼ਮਸ਼ੇਰ ਸਿੰਘ ਗੁਣਾ ਨੇ ਰੱਬੀ ਬਾਣੀ ਦੇ ਕੀਰਤਨ ਦੇ ਨਾਲ ਆਪ ਸਰਬੱਤ ਸੰਗਤ ਨੂੰ ਨਿਹਾਲ ਕੀਤਾ ਹੈ। ਆਓ ਨਿਰਧਾਰਤ ਸਮੇਂ ਦੇ ਵਿੱਚ ਰਹਿ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜੀਵਨ ਦੇ ਬਾਰੇ ਕੁਝ ਜਾਣ ਸਕੀਏ। ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਸਤਿਗੁਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਿਰਪਾ ਕਰਨ, ਮਿਹਰਾਮਤ ਕਰਕੇ ਆਪ ਹੀ ਵਿਚਾਰਾ ਕਰਾ ਲੈਣ। ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੱਕ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਪਹਿਲਾਂ ਕਰਮ ਨੂੰ ਪ੍ਰਧਾਨਤਾ ਸੀ। ਜਿਹੜਾ ਮਨੁੱਖ ਸ਼ੁਭ ਕਰਮ ਕਰਦਾ ਸੀ ਲੋਕ ਉਹਨੂੰ ਮਾਣ ਦਿੰਦੇ ਸਨ, ਵਡਿਆਈ ਦਿੰਦੇ ਸਨ। ਜਿਹੜਾ ਨੀਚ ਕਰਮ ਕਰਦਾ ਸੀ ਉਹਨੂੰ ਜਗਤ ਦੁਰਕਾਰਦਾ ਸੀ। ਪਰ ਸਮਾਂ ਪਾ ਕੇ ਇਹ ਸ਼ੁਭ ਕਰਮ ਤੇ ਨੀਚ ਕਰਮ ਜਿਹੜੇ ਨੇ ਜੱਦੀ ਪੁਸ਼ਤੀ ਬਣ ਕੇ ਰਹਿ ਗਏ। ਕੁਝ ਇਹੋ ਜਿਹੇ ਮਨੁੱਖ ਜਿਨ੍ਹਾਂ ਨੇ ਸ਼ੁਭ ਕਰਮ ਕੀਤੇ, ਉਹਨਾਂ ਨੇ ਠੇਕਾ ਲੈ ਲਿਆ ਕਿ ਜਿੰਨੇ ਵੀ ਸ਼ੁਭ ਕਰਮ ਨੇ ਜਾਂ ਇਹਨਾਂ ਦੇ ਤੋਂ ਖੱਲਸ ਨੇ ਸਾਡੇ ਘਰ ਦੇ ਵਿੱਚ ਹੀ ਰਹਿਣ। ਤੇ ਜੇ ਉਸ ਪਰਿਵਾਰ ਦੇ ਵਿੱਚ ਕੋਈ ਮਾੜਾ ਮਨੁੱਖ ਹੋ ਜਾਣਾ, ਉਸ ਪਰਿਵਾਰ ਦੀ ਲੜੀ ਹੀ ਜਿਹੜੀ ਉਹ ਨੀਚ ਬੰਦੇ ਦੇ ਨਾਲ ਬੰਨ੍ਹ ਦਿੱਤੀ ਜਾਂਦੀ। ਇਹ ਜਗਤ ਵਿੱਚ ਜਿਹੜਾ ਸੀ ਧਰਮ ਜਗਤ ਦੇ ਵਿੱਚ ਵੀ ਇਹੋ ਕੁਛ ਹੋਇਆ। ਪਹਿਲਾਂ ਇੱਥੇ ਬੜੇ ਪੀਰ ਪੈਗੰਬਰ ਰਹਿਬਰ ਪੈਦਾ ਹੋਏ, ਉਹਨਾਂ ਨੇ ਕਰਮ ਨੂੰ ਪ੍ਰਧਾਨਤਾ ਦਿੱਤੀ। ਸਮਾਂ ਆਇਆ ਕਰਮ ਨੂੰ ਪ੍ਰਧਾਨਤਾ ਛੱਡ ਕੇ ਤੇ ਜੱਦੀ ਪੁਸ਼ਤੀ ਜਿਹੜਾ ਸੀ ਉਹ ਗੁਰੂ ਪੀਰ ਬਣ ਕੇ ਬਹਿ ਗਏ, ਜਿਨ੍ਹਾਂ ਦੇ ਵਿੱਚ ਹਿੰਦੂ ਧਰਮ ਜਾਂ ਬ੍ਰਾਹਮਣਵਾਦ ਜਿਹੜਾ ਉਹ ਖਾਸ ਕਰਕੇ ਨਜ਼ਰ ਆਉਂਦਾ ਹੈ। ਅੰਮ੍ਰਿਤ ਬਾਣੀ ਦਾ ਇੱਕ ਬੜਾ ਪਿਆਰਾ ਫੈਸਲਾ ਹੈ। ਮਨੂ ਸਿਮਰਤੀ ਨੇ ਇਹ ਜਿਹੜਾ ਇਹ ਫੈਸਲਾ ਕੀਤਾ ਹੋਇਆ ਸੀ ਕਿ ਜਿਹੜਾ ਬ੍ਰਾਹਮਣ ਹੈ ਉਹ ਜਗਤ ਦਾ ਗੁਰੂ ਹੋਵੇਗਾ। ਤੇ ਕਮਾਲ ਦੀ ਗੱਲ ਇਹ ਹੈ, ਬ੍ਰਾਹਮਣ ਦੇ ਘਰ 'ਚ ਪੈਦਾ ਹੋਣ ਵਾਲਾ ਜਿਹੜਾ ਪੁੱਤਰ ਉਹ ਵੀ ਬ੍ਰਾਹਮਣ ਹੈ ਤੇ ਉਹ ਵੀ ਜਗਤ ਦਾ ਇਹੀ ਗੁਰੂ ਹੋਵੇਗਾ। ਜੀਵਨ ਉਹਦਾ ਜਿੱਦਾਂ ਦਾ ਮਰਜ਼ੀ ਹੋਵੇ। ਕਰਮ ਦੀ ਪ੍ਰਧਾਨਤਾ ਹਟਾ ਕੇ ਜਿਹੜੀ ਸੀ ਉਹ ਪਿਤਾ ਪੁਰਖੀ ਜਾਂ ਪਰਿਵਾਰਕ ਤੌਰ 'ਤੇ ਸਾਂਝੀ ਕਰ ਦਿੱਤੀ ਗਈ। ਜਿਸ ਵੇਲੇ ਨਾਮ ਜਪਣ ਵਾਲਿਆਂ ਨੇ, ਬਾਣੀ ਪੜ੍ਹਨ ਵਾਲਿਆਂ ਨੇ ਬੰਦਗੀ ਕੀਤੀ, ਉਹਨਾਂ ਨੇ ਡੰਕੇ ਦੀ ਚੋਟ 'ਤੇ ਇਹ ਗੱਲ ਕਹਿ ਦਿੱਤੀ ਕਿ ਭਲਿਓ ਬਾਹਮਣ ਗੁਰੂ ਹੈ ਜਗਤ ਕਾ। ਕਹਿੰਦੇ ਜੇ ਤੁਸੀਂ ਕਹਿੰਦੇ ਜੇ ਮਨੂ ਸਿਮਰਤੀ ਦੇ ਮੁਤਾਬਕ ਕਿ ਬ੍ਰਾਹਮਣ ਹੀ ਗੁਰੂ ਰਹਿ ਸਕਦਾ ਹੈ, ਸ਼ੂਦਰ ਨੂੰ ਨਹੀਂ ਪੂਜਿਆ ਜਾ ਸਕਦਾ। ਦੇਖੋ ਅੱਜ ਦਾ ਫਲਸਫਾ ਉਲਟੀ ਗੰਗਾ ਵਹਾਉਣ ਵਾਲੀ ਗੱਲ ਹੈ। ਇਹ ਸਿਧਾਂਤ ਇੱਥੇ ਪੱਕਾ ਕਰ ਦਿੱਤਾ ਗਿਆ ਸੀ, ਇਹ ਰੂਲ ਬਣਾ ਦਿੱਤਾ ਗਿਆ ਸੀ ਜਿਹੜਾ ਵੈਸ਼ ਹੈ, ਜਿਹੜਾ ਸ਼ੂਦਰ ਹੈ, ਉਹ ਧਰਮ ਦੇ ਬੋਲ ਸੁਣ ਹੀ ਨਹੀਂ ਸਕਦਾ ਤੇ ਉਹਨੇ ਧਾਰਮਿਕ ਪੁਰਸ਼ ਕੀ ਬਣਨਾ ਸੀ। ਇੱਕ ਬੱਚਾ ਉਹਨੂੰ ਸਕੂਲ ਜਾਣ ਹੀ ਨਾ ਦਿੱਤਾ ਜਾਵੇ, ਉਹ ਤੋਂ ਤੁਸੀਂ ਡਾਕਟਰ, ਇੰਜੀਨੀਅਰ, ਵਕੀਲ, ਜੱਜ ਦੀ ਕੀ ਉਮੀਦ ਕਰ ਸਕਦੇ ਜੇ? ਜਿਸ ਮਨੁੱਖ ਦੇ ਕੰਨਾਂ ਵਿੱਚ ਬਾਣੀ ਨਹੀਂ ਪੈ ਸਕਦੀ, ਜਿਹੜਾ ਨਾਮ ਹੀ ਨਹੀਂ ਜਪ ਸਕਦਾ, ਉਹ ਧਾਰਮਿਕ ਰਹਿਬਰ ਕਿੱਦਾਂ ਹੋ ਸਕਦਾ ਸੀ? ਸਤਿਗੁਰਾਂ ਦੀ ਅੰਮ੍ਰਿਤ ਬਾਣੀ ਕਹਿ ਲਗੇ ਬਾਹਮਣ ਗੁਰੂ ਹੈ ਜਗਤ ਕਾ। ਕਹਿੰਦੇ ਮੰਨ ਲੈਨੇ ਤੁਸੀਂ ਇਹਨੂੰ ਬ੍ਰਾਹਮਣ ਨੂੰ ਜਗਤ ਦਾ ਗੁਰੂ ਕਹਿੰਦੇ ਜੇ, ਆਪਣਾ ਗੁਰੂ ਮੰਨਦੇ ਜੇ। ਪਰ ਜਿਹੜੇ ਅਸੀਂ ਬੰਦਗੀ ਕਰਨ ਵਾਲੇ ਆ, ਭਗਤਨ ਕਾ ਗੁਰ ਨਾਹੀਂ, ਅਸੀਂ ਇਹਨੂੰ ਗੁਰੂ ਨਹੀਂ ਮੰਨਦੇ। ਕਿਉਂਕਿ ਗੁਰੂ ਤੇ ਉਹ ਹੁੰਦਾ ਹੈ ਜਿਹਦੇ ਨਾਲ ਮਨ ਦੇ ਵਿੱਚ ਆਨੰਦ ਪੈਦਾ ਹੋ ਜਾਵੇ।
ਗੁਰੂ ਉਹ ਹੁੰਦਾ ਜਿਹੜਾ ਅੰਦਰ ਦੀ ਦੁਬਿਧਾ ਨੂੰ ਮੁਕਾ ਦਿੰਦਾ ਹੈ। ਗੁਰੂ ਉਹ ਹੁੰਦਾ ਜਿਹੜਾ ਮੇਰ ਤੇਰ ਨੂੰ ਖਤਮ ਕਰ ਦਿੰਦਾ ਹੈ। ਅੰਮ੍ਰਿਤ ਬਾਣੀ ਦਾ ਪਿਆਰਾ ਬਚਨ ਮੈਂ ਕਹਿ ਦੇਵਾਂ, ਕਹਿਣਗੇ ਜਿਸ ਮਿਲਿਆ ਮਨ ਹੋਏ ਆਨੰਦ। ਜਿਹਨੂੰ ਮਿਲਣ ਦੇ ਨਾਲ ਮਨ ਖੇੜੇ ਦੇ ਵਿੱਚ ਆ ਜਾਂਦਾ ਹੈ। ਆਨੰਦ ਦੀ ਵਿਆਖਿਆ ਮੈਂ ਰਾਤੀ ਕੀਤੀ ਸੀ, ਆਪਣੇ ਕੋਲ ਇੰਨਾ ਸਮਾਂ ਨਹੀਂ ਸਾਰੇ ਮੈਂ ਟੌਪਿਕ ਸਾਂਝੇ ਕਰ ਸਕਾਂ। ਜਿਹਨੂੰ ਮਿਲਣ ਦੇ ਨਾਲ ਖੁਸ਼ੀ ਤੇ ਗਮੀ ਤੋਂ ਉੱਪਰ ਉੱਠ ਕੇ ਆਨੰਦ ਪੈਦਾ ਹੋ ਜਾਂਦਾ, ਸੋ ਸਤਿਗੁਰ ਕਹੀਏ, ਉਹਨੂੰ ਗੁਰੂ ਕਿਹਾ ਜਾ ਸਕਦਾ ਹੈ। ਜਿਹਨੂੰ ਮਿਲਣ ਦੇ ਨਾਲ ਮਨ ਦੇ ਵਿੱਚ ਚਾਹ, ਮਨ ਦੇ ਵਿੱਚ ਖੇੜਾ, ਆਨੰਦ ਪੈਦਾ ਹੁੰਦਾ ਹੈ। ਹੁਣ ਜਿਹੜੇ ਗੁਰੂ ਨਿਰਧਾਰਤ ਸਨ, ਜਿਵੇਂ ਪਿਤਾ ਪੁਰਖੀ ਚੱਲਿਆ ਆ ਰਿਹਾ ਹੈ, ਇਹਦੇ ਬਾਬਤ ਭਗਤ ਕਬੀਰ ਸਾਹਿਬ ਜੀ ਦਾ ਬਚਨ ਕਹਿਣ ਲੱਗੇ, ਮਾਏ ਮੁੰਡੋ ਤੇ ਗੁਰੂ ਤੀ ਜਾਤੇ ਭਰਮ ਨਾ ਜਾਏ। ਕਹਿੰਦੇ ਐਸੋ ਗੁਰੂ ਨੂੰ ਆਪਾਂ ਕਰਨਾ ਕਿ ਜਿਹਦੇ ਤੋਂ ਭਰਮ ਹੀ ਨਹੀਂ ਖਤਮ ਹੋ ਸਕਦਾ। ਆਖਰ ਸੰਸਾਰ ਚੱਲਦਾ ਰਿਹਾ, ਪਰ ਸੰਸਾਰ ਦੇ ਵਿੱਚ ਜਿਹੜਾ ਸੀ ਉਹ ਪਾਪ ਵੱਧਦਾ ਗਿਆ। ਭਾਈ ਗੁਰਦਾਸ ਜੀ ਲਿਖਦੇ ਨੇ, ਥੰਮੈ ਕੋਏ ਨਾ ਸਾਧ ਬਿਨ, ਸਾਧ ਨਾ ਦਿਸੈ ਜਗ ਵਿੱਚ ਕੋ। ਸਾਧ ਭੇਖ ਨੂੰ ਨਹੀਂ, ਗੁਰਬਾਣੀ ਦੇ ਵਿੱਚ, ਗੁਰਮਤਿ ਦੇ ਵਿੱਚ ਸਾਧ ਦਾ ਅਰਥ ਜਿਹਨੇ ਆਪਣੇ ਆਪ ਨੂੰ ਸਾਧਿਆ ਹੋਇਆ ਹੈ, ਜਿਹੜਾ ਪਿਓਰ ਹੈ, ਜਿਹਦਾ ਜੀਵਨ ਉੱਚਾ ਸੁੱਚਾ ਹੈ। ਤੇ ਜਿਨ੍ਹਾਂ ਨੇ ਹੌਕਾ ਦੇਣਾ ਸੀ ਭਲਿਆ ਜੀਵਨ ਉੱਚਾ ਸੁੱਚਾ ਰੱਖੋ, ਉਹ ਆਪ ਜਾਤ ਦੇ ਕੋੜ ਦੇ ਨਾਲ ਗਰਸੇ ਹੋਏ ਸਨ। ਉਹ ਕਿੱਥੋਂ ਪਵਿੱਤਰ ਹੋ ਕੇ ਲੋਕਾਂ ਨੂੰ ਪਵਿੱਤਰ ਕਰ ਸਕਦੇ ਸਨ। ਥੰਮੈ ਕੋਏ ਨਾ ਸਾਧ ਬਿਨ। ਆਖਰ ਇਹਨਾਂ ਸਮਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ, ਇੱਕ ਨਿਰਮਲ ਪੰਥ ਚਲਾਇਆ ਜਾਂਦਾ ਹੈ। ਭਾਈ ਸਾਹਿਬ ਲਿਖਦੇ ਨੇ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਸਾਹਿਬ ਨੇ ਪ੍ਰਚਾਰ ਦੌਰੇ ਕੀਤੇ, 4 ਉਦਾਸੀਆਂ ਕੀਤੀਆਂ। 70 ਸਾਲ ਦੀ ਉਮਰ ਦੇ ਵਿੱਚ ਬਹੁਤ ਕੁਝ ਗੁਰੂ ਨਾਨਕ ਸਾਹਿਬ ਨੇ ਕਰ ਦਿੱਤਾ। ਪਰ ਜਿਹੜੀ ਇਹ ਵਿਕਾਰਾਂ ਦੀ ਜਗਤ ਨੂੰ ਮੈਲ ਲੱਗੀ ਹੋਈ ਸੀ, ਇਹਦੇ ਵਾਸਤੇ 70 ਸਾਲ ਕਾਫੀ ਨਹੀਂ ਸਨ, ਹੋਰ ਲੰਬਾ ਸਮਾਂ ਚਾਹੀਦਾ ਹੈ। ਅਜੇ ਕਦੀ ਵੀ ਕਿਸੇ ਚੀਜ਼ ਨੂੰ ਤੁਸੀਂ ਸੁਧਾਰਨਾ ਹੈ ਨਾ, 1-2 ਵਾਰੀ ਨਹੀਂ ਸੁਧਰਦੀ। ਕੋਈ ਵੀ ਆਦਤ ਹੈ, ਮਨੋਵਿਗਿਆਨ ਕਹਿੰਦਾ ਤੁਸੀਂ ਕੋਈ ਆਦਤ ਪਾਉਣੀ ਹੈ ਜਾਂ ਹਟਾਉਣੀ ਹੈ, ਲਗਾਤਾਰ ਉਹਨੂੰ 20-25 ਦਿਨ ਤੁਸੀਂ ਕਰੋ, ਉਹ ਆਦਤ ਫਿਰ ਛੁੱਟਦੀ ਹੈ ਜਾਂ ਫਿਰ ਲੱਗਦੀ ਹੈ। ਜਿਹੜਾ ਸੰਸਾਰ ਅਜੇ ਕਰਮ ਕਾਂਡਾਂ ਦੇ ਵਿੱਚ ਫਸਿਆ, ਜਿਹੜਾ ਸੰਸਾਰ ਅਜੇ ਭਰਮਾਂ ਦੇ ਵਿੱਚ ਫਸਿਆ, ਭਰਮ ਚੋਂ ਕੱਢ ਕੇ ਧਰਮ ਦੇ ਵਿੱਚ ਉਹਨੂੰ ਕਨਵਰਟ ਕਰਨਾ ਸੀ, ਉਹਦੇ ਵਾਸਤੇ ਕੁਝ ਲੰਮਾ ਸਮਾਂ ਚਾਹੀਦਾ ਸੀ। ਇਹਦੇ ਵਾਸਤੇ ਗੁਰੂ ਨਾਨਕ ਸਾਹਿਬ ਦੀ ਜੋਤ ਨੂੰ 10 ਜਾਮੇ ਧਾਰਨ ਕਰਨੇ ਪਏ ਨੇ। ਜੋਤ ਇੱਕੋ ਹੀ ਹੈ, ਇਹ ਆਪਾਂ ਚਲੋ ਅੱਗੇ ਜਾ ਕੇ ਕਨਸੈਪਟ ਸਾਂਝਾ ਕਰਾਂਗੇ। ਜੋਤ ਇੱਕੋ ਹੀ ਹੈ, ਜਾਮੇ 10 ਨੇ, ਸਰੀਰ 10 ਬਦਲੇ ਗਏ ਨੇ। ਜੋਤ ਉਹ ਸਿਧਾਂਤ ਉਹੀਓ ਚੱਲਿਆ ਆ ਰਿਹਾ। ਹੁਣ ਗੁਰੂ ਨਾਨਕ ਸਾਹਿਬ ਜੀ ਪ੍ਰਚਾਰ ਦੌਰਿਆਂ ਦੇ ਉੱਤੇ ਗਏ। ਬ੍ਰਾਹਮਣ ਬੜਾ ਸ਼ਾਤਰ ਹੈ, ਇਹਨੇ ਸੋਚਿਆ ਕਿ ਗੁਰੂ ਨਾਨਕ ਸਾਹਿਬ ਤੇ ਸਾਡੇ ਕਾਬੂ ਨਹੀਂ ਆਏ ਨਾ। ਗੁਰੂ ਨਾਨਕ ਸਾਹਿਬ ਦੇ ਗੱਲ ਦਾ ਜਵਾਬ ਨਹੀਂ ਸੀ ਹੁੰਦਾ ਕਿਸੇ ਕੋਲ। ਇਹਨੇ ਕਿਹਾ ਵੀ ਕੋਈ ਗੱਲ ਨਹੀਂ, ਜੇ ਮੇਰਾ ਪੁੱਤਰ ਗੁਰੂ ਬਣ ਸਕਦਾ ਹੈ, ਮੈਂ ਬ੍ਰਾਹਮਣ ਹਾਂ ਤੇ ਬ੍ਰਾਹਮਣ ਦਾ ਪੁੱਤਰ ਗੁਰੂ ਹੈ, ਬ੍ਰਾਹਮਣ ਦਾ ਪੁੱਤਰ ਬ੍ਰਾਹਮਣ ਬਣ ਜਾਂਦਾ ਹੈ। ਤੇ ਗੁਰੂ ਨਾਨਕ ਸਾਹਿਬ ਦੇ ਕੋਲ ਜਿਹੜੀ ਇਹਨਾਂ ਨੇ ਸਿੱਖ ਧਰਮ ਦੀ ਮਰਿਆਦਾ ਚਲਾਈ ਹੈ, ਇਹ ਆਪਣੇ ਪੁੱਤਰਾਂ ਦੇ ਕੋਲ ਹੀ ਮਰਿਆਦਾ ਆਏਗੀ। ਗੁਰੂ ਨਾਨਕ ਸਾਹਿਬ ਤੋਂ ਗੱਦੀ ਜਿਹੜੀ ਹੈ, ਇਹ ਸੁਭਾਵਕ ਹੈ ਕਿ ਪੁੱਤਰਾਂ ਦੇ ਕੋਲ ਆਏਗੀ। ਅੱਜ ਤੱਕ ਇਹੋ ਕੁਝ ਚੱਲਦਾ ਆ ਰਿਹਾ ਸੀ, ਜਿਵੇਂ ਜੱਦੀ ਪੁਸ਼ਤੀ ਜਾਇਦਾਦ ਨੇ, ਇੱਦਾਂ ਗੱਦੀ ਆਉਂਦੀ ਸੀ। ਇੱਕ ਥੋੜਾ ਕਠਿਨ ਲੱਗੇਗਾ, ਇਹਨਾਂ ਕੀ ਕੀਤਾ, ਬਾਬਾ ਸ਼੍ਰੀ ਚੰਦ ਵਰਗਿਆਂ ਨੂੰ ਧਰਮ ਦੀ ਲੀਹ ਤੋਂ ਮਾਸਾ ਪਰੇ ਹਟਾ ਦਿੱਤਾ। ਉਦਾਸੀ ਖਾੜਾ ਚੱਲਦਾ, ਇਹ ਇਸੇ ਕਰਕੇ ਚੱਲਦਾ ਹੈ। ਗੁਰੂ ਨਾਨਕ ਹੈ, ਗੁਰੂ ਨਾਨਕ ਸਾਹਿਬ ਦਾ ਪੁੱਤਰ ਹੈ। ਗੁਰੂ ਨਾਨਕ ਸਾਹਿਬ ਉਦਾਸੀਆਂ ਤੇ ਨੇ, ਸੁਭਾਅ ਸਾਧੂ ਸੀ। ਹੁਣ ਜੋਤ ਤੇ ਗੁਰੂ ਨਾਨਕ ਸਾਹਿਬ ਦੀ ਸੀ ਨਾ, ਪੁੱਤਰ ਤੇ ਗੁਰੂ ਨਾਨਕ ਸਾਹਿਬ ਦਾ। ਅੰਦਰ ਨਾਮ ਸਿਮਰਨ ਬੰਦਗੀ ਸੀ, ਪਰ ਉਹ ਲੀਹ ਤੋਂ ਹਟਾ ਦਿੱਤਾ ਗਿਆ। ਕਿਤੇ ਨਾ ਕਿਤੇ ਜਿਹੜੇ ਕੰਮਾਂ ਤੋਂ ਗੁਰੂ ਨਾਨਕ ਸਾਹਿਬ ਡੱਕਦੇ ਰਹੇ, ਉਹ ਕਰਮ ਇਹਨਾਂ ਦੇ ਪੁੱਤਰਾਂ ਦੇ ਵਿੱਚ ਭਰ ਦਿੱਤੇ ਗਏ। ਪਰ ਇਹਨਾਂ ਨੂੰ ਇੰਨਾ ਪਤਾ ਨਹੀਂ ਸੀ ਕਿ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਬਿਲਕੁਲ ਹੀ ਨਿਰੋਲ ਹੋਵੇਗਾ। ਆਖਰ ਇਹਨਾਂ ਸਮਿਆਂ ਦੇ ਵਿੱਚ 1532 ਦੇ ਵਿੱਚ ਇੱਕ ਸਰੀਰ ਜਿਹਦਾ ਨਾਮ ਭਾਈ ਲੈਣਾ, ਉਹ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਉਂਦੇ ਨੇ। ਤੇ ਇਸ ਸਰੀਰ ਨੂੰ ਘੜਦਿਆਂ ਤਿਆਰ ਕਰਦਿਆਂ 7 ਸਾਲ ਦਾ ਸਮਾਂ ਲੱਗਦਾ ਹੈ। ਜਿਵੇਂ ਅੱਜ ਯੂਨੀਵਰਸਿਟੀ 'ਚ ਕਾਲਜ 'ਚ ਬੱਚਾ ਦਿੰਦਾ, ਡਿਗਰੀ ਨੂੰ 5 ਸਾਲ ਲੱਗਦੇ ਨੇ, 7 ਲੱਗਦੇ ਨੇ, 4 ਲੱਗਦੇ ਨੇ, ਡਿਗਰੀ ਮਿਲ ਜਾਂਦੀ ਹੈ, ਉਹ ਡਾਕਟਰ, ਇੰਜੀਨੀਅਰ, ਵਕੀਲ ਬਣ ਜਾਂਦਾ ਹੈ। 7 ਸਾਲ ਦਾ ਲੰਮਾ ਸਮਾਂ ਲੱਗਾ। ਉਸ 7 ਸਾਲ ਦੇ ਪ੍ਰੋਸੈਸ ਦੇ ਵਿੱਚੋਂ ਜਿਹੜਾ ਸਰੀਰ ਨਿਕਲਿਆ, ਫਿਰ ਉਹਦਾ ਨਾਮ ਗਾਂ ਦੇ ਵਿੱਚ ਅੰਗਦ ਪੈਂਦਾ ਹੈ। ਜੋਤ ਗੁਰੂ ਨਾਨਕ ਸਾਹਿਬ ਵਾਲੀ ਹੈ, ਮਹੱਲਾ ਦੂਸਰਾ ਬਣ ਜਾਂਦਾ, ਸਰੀਰ ਦੂਸਰਾ ਧਾਰਨ ਕੀਤਾ ਜਾਂਦਾ, ਉਹਨੂੰ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਿਹਾ ਜਾਂਦਾ, ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਆਪ ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ। ਇਹ ਥੋੜੀ ਜਿਹੀ ਮੈਂ ਭੂਮਿਕਾ ਬਣੀ। ਹੁਣ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜੀਵਨ ਦੇਖ ਲਈਏ। ਮੱਤੇ ਕੀ ਸਰਾਂ, ਜ਼ਿਲ੍ਹਾ ਫਿਰੋਜ਼ਪੁਰ, ਇੱਥੇ ਬਾਬਾ ਫੇਰੂਮਲ ਜੀ ਰਹਿੰਦੇ ਨੇ। ਇਹਨਾਂ ਦੇ ਘਰ 31 ਮਾਰਚ ਨੂੰ ਸਨ 1504 ਦੇ ਵਿੱਚ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਇੱਕ ਪੁੱਤਰ ਦਾ ਜਨਮ ਹੁੰਦਾ ਹੈ। ਬਾਬਾ ਫੇਰੂਮਲ ਜੀ ਜਿਹੜੇ ਵਪਾਰੀ ਸਨ, ਸ਼ਾਹੂਕਾਰਾ ਕਰਦੇ ਸਨ,
ਤੇ ਇਹਨਾਂ ਦੇ ਸ਼ਾਹੂਕਾਰੇ ਦੇ ਵਿੱਚ ਲੈਣ ਦੇਣ ਹੁੰਦਾ। ਇਹਨਾਂ ਦੇ ਮਨ 'ਚ ਸੀ ਕਿ ਮੇਰਾ ਪੁੱਤਰ ਦਾ ਸੁਭਾਅ ਇਦਾਂ ਦਾ ਹੋਵੇ, ਇਹਨੂੰ ਕਿਸੇ ਦਾ ਕਰਜ਼ਾਈ ਨਾ ਹੋਣਾ ਪਵੇ, ਇਹ ਕਿਸੇ ਕੋਲ ਇਹ ਦੇਣਦਾਰ ਨਾ ਹੋਵੇ, ਇਹਨੇ ਲੈਣਾ ਹੀ ਹੋਵੇ ਜਿਹਦਾ ਵੀ ਲੈਣਾ ਹੋਵੇ। ਇਹ ਸ਼ਾਹੂਕਾਰਾਂ ਦੇ ਮਨ 'ਚ ਹੁੰਦਾ ਕਿ ਅਸੀਂ ਕਿਸੇ ਦਾ ਕਰਜ਼ਾ ਨਾ ਦੇਣਾ ਹੋਵੇ। ਪਿਤਾ ਜੀ ਨੇ ਨਾਮ ਹੀ ਲੈਣਾ ਰੱਖ ਦਿੱਤਾ ਕਿ ਇਹਨੇ ਲੈਣਾ ਹੀ ਆ, ਤੁਹਾਡੇ ਕੋਲੋਂ ਦੇਣਾ ਨਹੀਂ, ਕਿਸੇ ਦਾ ਕਰਜ਼ਾ ਨਹੀਂ ਦੇਣਾ। ਬਾਬਾ ਫੇਰੂ ਜੀ ਦਾ ਸੁਭਾਅ ਰੱਬੀ ਸੀ, ਉਹਨਾਂ ਨੂੰ ਕੀ ਪਤਾ ਸੀ ਵਾਕਈ ਇਹ ਲੈਣਦਾਰ ਹੀ ਆਇਆ ਹੈ, ਇਹ ਉਹ ਦਾਤਾਂ ਵੰਡ ਦੇਵੇਗਾ ਜਿੱਥੇ ਸੁੱਕੇ ਹੋਏ ਤਲਾਬ ਹੀ ਹਰੇ ਹੋ ਜਾਇਆ ਕਰਨਗੇ, ਸੁੱਕੇ ਹੋਏ ਤਲਾਬ ਹੀ ਜਿਹੜੇ ਉਹ ਨਾਮ ਜਲ ਦੇ ਨਾਲ ਭਰ ਜਾਇਆ ਕਰਨਗੇ। ਆਖਰ ਬਾਬਾ ਫੇਰੂ ਜੀ ਧਾਰਮਿਕ ਰੁਚੀ ਦੇ ਮੁਤਾਬਕ ਇੱਕ ਸ਼ਾਹੂਕਾਰਾ, ਇੱਕ ਧਾਰਮਿਕ ਰੁਚੀ, ਇਹਦੇ ਕਾਰਨ ਇਹ ਪਿੰਡ ਦੇ ਵਿੱਚ ਆਪਣੇ ਨਗਰ ਦੇ ਲਾਗੇ ਚਾਗੇ ਦੇ ਜਿਹੜੇ ਨੇ ਉਹ ਇੱਕ ਸੰਗ ਖੜਦੇ ਨੇ ਦੇਵੀ ਦੇ ਯਾਤਰਾ ਦੇ ਵਾਸਤੇ। ਥਾਂ ਥਾਂ ਤੇ ਖੜਿਆ ਜਾਂਦਾ, ਜਗਰਾਤੇ ਕੀਤੇ ਜਾਂਦੇ ਨੇ। ਉਹਨਾਂ ਜਗਰਾਤਿਆਂ ਦਾ ਜਿਹੜਾ ਮੋਢੀ ਹੈ, ਜਿਹੜੀ ਜਥੇਦਾਰੀ ਹੈ, ਜਿਹੜੀ ਜ਼ਿੰਮੇਵਾਰੀ, ਉਹ ਬਾਬਾ ਫੇਰੂਮੱਲ ਦੀ ਹੈ। ਸਮਾਂ ਆਪਣੀ ਚਾਲੇ ਚੱਲਿਆ। ਆਖਰ ਇਹਨਾਂ ਨੂੰ ਕੁਝ ਕਾਰਨ ਕਰਕੇ ਉੱਠ ਕੇ ਤੇ ਪਿੰਡ ਸੰਗਰ ਤੋਂ ਬਾਅਦ ਖਡੂਰ ਦੀ ਧਰਤੀ ਤੇ ਆਣ ਕੇ ਵਸ ਗਏ। ਬਾਬਾ ਫੇਰੂ ਜੀ ਨੇ ਇੱਥੇ ਵੀ ਆਣ ਕੇ ਆਪਣਾ ਉਹ ਸੁਭਾਅ ਨਹੀਂ ਛੱਡਿਆ, ਇੱਥੇ ਵੀ ਜਿਹੜੀ ਸੀ ਸੰਗਤ ਕਰਨੀ ਸ਼ੁਰੂ ਕਰ ਦਿੱਤੀ। ਕਿ ਉਹ ਸੁਭਾਅ ਸੀ ਨਾ, ਜਿਹੜਾ ਨੇਕੀ ਵਾਲਾ ਸੁਭਾਅ ਸੀ, ਉਹ ਤਿਆਗਿਆ ਨਹੀਂ। ਇੱਥੇ ਵੀ ਜਗਰਾਤੇ ਕੀਤੇ ਜਾਂਦੇ ਨੇ, ਇੱਥੇ ਵੀ ਮਾਤਾ ਦੇ ਭਜਨ ਗਾਏ ਜਾਂਦੇ ਨੇ। ਆਖਰ ਪਰਮਾਤਮਾ ਦੇ ਘਰ 'ਚੋਂ ਇੱਕ ਸੱਦਾ ਆਇਆ 1526 ਨੂੰ। ਬਾਬਾ ਫੇਰੂਮੱਲ ਜੀ ਜਿਹੜੇ ਨੇ ਉਹ ਇਸ ਦੁਨੀਆ ਨੂੰ ਜਿਹੜਾ ਸੀ ਅਲਵਿਦਾ ਕਹਿ ਕੇ ਪਰਮਾਤਮਾ ਦੇ ਚਰਨਾਂ 'ਚ ਅਲੋਪ ਹੋ ਗਏ। ਉਸ ਸਮੇਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਉਮਰ ਕੇਵਲ ਤੇ ਕੇਵਲ 22 ਸਾਲ ਦੀ ਬਣਦੀ ਹੈ। ਹੁਣ 22 ਸਾਲਾਂ ਦਾ ਨੌਜਵਾਨ ਪਿਤਾ ਦੀ ਜਿੱਥੇ ਸੰਸਾਰਿਕ ਪੱਗ ਸਾਂਭੀ, ਜਿੱਥੇ ਸੰਸਾਰਿਕ ਜ਼ਿੰਮੇਵਾਰੀ ਸਾਂਭੀ, ਉੱਥੇ ਧਾਰਮਿਕ ਰੁਚੀ ਦੇ ਵਿੱਚ ਵੀ ਅੱਗੇ ਹੋ ਕੇ ਹਿੱਸਾ ਲਿਆ। ਜਿਹੜੇ ਫੇਰੀਆਂ ਦੇ ਉੱਤੇ, ਜਿਹੜੀਆਂ ਯਾਤਰਾ ਦੇ ਉੱਤੇ ਬਾਬਾ ਫੇਰੂ ਜੀ ਸੰਗ ਖੜਦੇ ਹੁੰਦੇ ਸਨ, ਜਗਰਾਤਿਆਂ 'ਚ ਮੋਢੀ ਸਨ, ਉੱਥੇ ਹੁਣ ਗੁਰੂ ਅੰਗਦ ਦੇਵ ਮਹਾਰਾਜ ਜੀ ਭਾਈ ਲਹਿਣੇ ਦੇ ਰੂਪ ਦੇ ਵਿੱਚ ਭਾਈ ਲਹਿਣਾ ਜੀ ਵੀ ਜਿਹੜੇ ਨੇ ਇਹ ਸੰਗ ਖੜਦੇ ਨੇ। ਇਹ ਗੱਲ ਨੂੰ ਧਿਆਨ ਨਾਲ ਸੁਣਦੇ ਜਿਵੇਂ ਮੈਂ ਇਹਦਾ ਆਪਾਂ ਸਿੱਟਾ ਥੋੜ੍ਹਾ ਜਿਹਾ ਕੱਢਾਂਗੇ। ਸੰਗ ਖੜਦੇ ਨੇ 1526 ਤੋਂ ਲੱਗੇ। ਗੁਰੂ ਨਾਨਕ ਸਾਹਿਬ ਦੇ ਕੋਲ 1532 'ਚ ਜਾਂਦੇ ਨੇ, ਮਗਰ ਸਾਲ ਬਚਦੇ ਨੇ 6 ਸਾਲਾਂ ਦੇ ਵਿੱਚ ਰੱਜ ਕੇ ਜਗਰਾਤੇ ਕੀਤੇ, ਕੋਈ ਸ਼ੱਕ ਨਹੀਂ ਹੈ। 6 ਸਾਲਾਂ ਦੇ ਵਿੱਚ ਮਾਤਾ ਦੀਆਂ ਭੇਟਾਵਾਂ ਗਾਈਆਂ, ਬਹੁਤ ਕੁਝ ਕੀਤਾ ਗਿਆ। ਜੀਵਨ ਬੜਾ ਚੰਗਾ ਸੀ, ਜੀਵਨ ਸਾਥਣ ਬੜਾ ਚੰਗੀ ਸੀ, ਪਰਿਵਾਰ ਬੜਾ ਚੰਗਾ ਸੀ, ਮਾਂ ਬਾਪ ਸਾਰੇ ਬੜੇ ਚੰਗੇ ਸਨ, ਘਰ ਦੇ ਵਿੱਚ ਆਨੰਦ ਸੀ, ਸ਼ਾਹੂਕਾਰਾ ਸੀ। ਭਾਈ ਲਹਿਣਾ ਜੀ ਵੀ ਪਿਤਾ ਜੀ ਵਾਲੇ ਕਰਮ ਸ਼ਾਹੂਕਾਰਾ ਤੇ ਨਾਲ ਦੁਕਾਨਦਾਰੀ ਕਰਨ ਲੱਗ ਪਏ। ਪਰ ਇੱਥੇ ਰਹਿੰਦਿਆਂ ਮਨ ਨੂੰ ਅਜੇ ਜਿਹੜਾ ਹੈ ਨਾ ਉਹ ਇਉਂ ਮਹਿਸੂਸ ਹੁੰਦਾ ਕਿ ਮਨ ਜਿਵੇਂ ਕੁਝ ਖੋਇਆ ਜਿਹਾ। ਤੁਸੀਂ ਦੇਖੋ, ਮਨੁੱਖ ਅਸੀਂ ਘਰੇ ਰਾਤ ਦੇ ਸੁੱਤੇ ਹੋਏ ਸਵੇਰੇ ਉੱਠਦੇ ਆ ਨਾ, ਇਸ਼ਨਾਨ ਨਾ ਕੀਤਾ ਜਾਵੇ, ਬੰਦਾ ਆਪਣੇ ਬਾਕੀ ਸਾਰੇ ਕਰਮ ਕਰ ਲੈ, ਨਹਾ ਤਿਆਰ ਹੋ ਜੇ, ਪਰਫਿਊਮ ਲਾ ਲੇ, ਜੋ ਮਰਜ਼ੀ, ਤੇ ਜਿਹੜਾ ਡੇਲੀ ਦਾ ਇਸ਼ਨਾਨ ਹੈ ਨਾ ਉਹ ਇਉਂ ਮਹਿਸੂਸ ਹੋਵੇਗਾ ਅੱਜ ਕੁਝ ਘਾਟ ਜੀ ਮਹਿਸੂਸ ਹੁੰਦੀ ਹੈ, ਸਰੀਰ ਇਹ ਪੂਰਾ ਖੁੱਲ੍ਹਿਆ ਨਹੀਂ। ਬਾਬਾ ਲਹਿਣਾ ਜੀ ਦੇ ਆਤਮਾ ਨੂੰ ਅਜੇ ਇਸ਼ਨਾਨ ਨਹੀਂ ਸੀ ਹੋ ਰਿਹਾ ਨਾਮ ਜਲ ਦੇ ਨਾਲ। ਦੇਵੀ ਦਾ ਸੰਗ ਕੀਤਾ ਜਾ ਰਿਹਾ ਸੀ, ਭਜਨ ਗਾਏ ਜਾ ਰਹੇ ਸਨ, ਅੰਦਰ ਦੀ ਤ੍ਰਿਪਤੀ ਕੋਈ ਨਹੀਂ ਹੋਈ। ਇੱਥੇ ਇੱਕ ਹੋਰ ਉਦਾਹਰਨ ਦੇ ਦਾ ਸਮਝਣੀ ਸੌਖੀ ਹੋ ਜਾਏਗੀ। ਸੰਗ ਦੇ ਵਿੱਚ ਬੰਦਗੀ ਦੇ ਵਿੱਚ ਤੇ ਨਾਮ ਸਿਮਰਨ ਦੇ ਵਿੱਚ ਗੁਰੂ ਨਾਨਕ ਦੇ ਘਰ ਦਾ ਫਰਕ ਕੀ ਹੈ? ਅਸੀਂ ਪ੍ਰਸ਼ਾਦਾ ਛਕਦੇ ਹਾਂ, ਪ੍ਰਸ਼ਾਦਾ ਛਕਣ ਦੇ ਨਾਲ ਪੇਟ ਦੀ ਭੁੱਖ ਤੇ ਮਿਟ ਜਾਂਦੀ ਹੈ, ਪਰ ਜਿਸ ਭੋਜਨ ਦੇ ਵਿੱਚ ਸਵਾਦ ਨਾ ਆਵੇ, ਬੰਦਾ ਕਹਿ ਦਿੰਦਾ ਮੈਂ ਢਿੱਡ ਤੇ ਰੱਜ ਗਿਆ ਪਰ ਗੱਲ ਜੀ ਨਹੀਂ ਬਣੀ, ਸਵਾਦ ਨਹੀਂ ਆਇਆ, ਇਹਦਾ ਮਤਲਬ ਕੋਈ ਨਾ ਕੋਈ ਕਮੀ ਰਹਿ ਗਈ ਹੈ। ਭਜਨ ਕੀਤਾ ਜਾ ਰਿਹਾ, ਆਪਾਂ ਇਹ ਤੋਂ ਮੁਨਕਰ ਨਹੀਂ ਹੋਵਾਂਗੇ, ਪਰ ਆਤਮਾ ਤ੍ਰਿਪਤ ਨਹੀਂ ਹੋ ਰਹੀ, ਉਹ ਆਨੰਦ ਨਹੀਂ, ਖੇੜਾ ਮਿਲ ਨਹੀਂ ਰਿਹਾ ਅੰਦਰ ਦਾ। 6 ਸਾਲ ਜਦੋਂ ਵੀ ਜਾਂਦੇ ਨੇ ਦੁਬਿਧਾ ਦੇ ਵਿੱਚ ਨੇ ਕਿ ਮਨਾ ਪਤਾ ਨਹੀਂ ਕੀ ਚੱਕਰ ਹੈ। ਦੇਵੀ ਦੇ ਜਾਈਦਾ ਵੀ ਇਹ ਮਨ ਨੂੰ ਉਹੋ ਜਿਹਾ ਖੇੜਾ ਨਹੀਂ ਮਿਲਦਾ। ਬੜੇ ਝੂਮ ਕੇ ਜਿਹੜੇ ਨੇ ਉਹ ਭੇਟਾਵਾਂ ਪੜੀਆਂ ਜਾਂਦੀਆਂ ਨੇ, ਬੜੇ ਜਗਰਾਤੇ ਰਾਤ ਕੀਤੇ ਜਾਂਦੇ ਨੇ, ਪਰ ਮਨ ਖੁਸ਼ ਨਹੀਂ ਹੋਇਆ। ਇਹਨਾਂ ਸਮਿਆਂ ਦੇ ਵਿੱਚ ਇਹਨਾਂ ਦੇ ਜੀਵਨ 'ਚ 2 ਘਟਨਾਵਾਂ ਵਾਪਰਦੀਆਂ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਉਹ ਮੈਂ 2 ਪਹਿਲਾਂ ਸਾਂਝੀਆਂ ਕਰ ਦੇਵਾਂ। ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਗੁਰੂ ਨਾਨਕ ਸਾਹਿਬ ਦਾ ਸਿੱਖ ਰਹਿੰਦਾ ਹੈ। ਉਹਦਾ ਇਤਿਹਾਸ 'ਚ ਨਾਮ ਸਤਿਕਾਰਯੋਗ ਭਾਈ ਜੋਧ ਜੀ ਆਇਆ। ਇੱਧਰ ਭਾਈ ਲਹਿਣਾ ਜੀ ਰਾਤ ਜਗਰਾਤਾ ਕਰਕੇ ਆ ਰਹੇ ਨੇ, ਉੱਧਰ ਭਾਈ ਜੋਧ ਜੀ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਖੂਹ ਦੇ ਉੱਤੇ ਕਰ ਰਹੇ ਨੇ ਤੇ ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤ ਬਾਣੀ ਆਸਾ ਦੀ ਵਾਰ ਦਾ ਪਾਠ ਕੀਤਾ ਜਾ ਰਿਹਾ ਹੈ। ਭਾਈ ਜੋਧ ਦੇ ਲਾਗੋਂ ਜਿਸ ਵੇਲੇ ਭਾਈ ਲਹਿਣਾ ਜੀ ਨੰਗੇ ਤੇ ਇਹਨਾਂ ਦੇ ਕੰਨਾਂ ਦੇ ਵਿੱਚ ਮਿਸ਼ਰੀ ਵਰਗੇ ਮਿੱਠੇ ਬੋਲ ਪੈ ਗਏ। ਉਹ ਬੋਲ ਮੇਰੇ ਗੁਰੂ ਨਾਨਕ ਸਾਹਿਬ ਦੇ ਸਨ ਕਿ ਜਿਤ ਸੇਵਿਆ
मन होए आनंद, वो बोल ये सन कि भलिया जित परमात्मा नूं सिमरन दे नाल मनुख दा अंदर दी घाल कमाई करन दे नाल वो परमात्मा तक पहुँच जाता, उहदे च अभेद हो जाता है। कहणगे उहनूं सतगुरु, उहनूं दाता कहा जाता है। वो आखिर गुरु नानक साहब महाराज जी की अमृत बाणी के जिस वेले बोल भाई लहना जी के कंन दे विच पए ना, तो वो बोल पैन की देर से भाई लहना जी अंदर नूं खिंचे गए। जिस वेले अंदर खिंचिया गया, भाई जोध के कोल जाके कहन लगे भाई जी सुभाव बड़ा चंगा सी, बोल बाणी चंगी सी। कह लगे जो तुसीं बचन पढ़िया है, मैं किते गीता च नहीं पढ़िया, ना किते रमैन दे विच पढ़िया, ना किसी भेटा दे विच गाए। ये बोल कित्थे है? वेदां दे विच है, शास्त्रां दे विच है, कित्थे है? आखिर जी भाई जोध कहन लगे नहीं, ये ना वेदां दे विच ना ये शास्त्रां दे विच, ये धन गुरु नानक साहब महाराज जी की अमृत बाणी है। मन सोचता है कि इहो जिहा किहड़ा गुरु है जिन्हों जित सेविया, जिन्हों सेवन दे नाल ही सुख पाई है, सुख की प्राप्ति हुंदी है, सो साहिब सदा संभालीए। ये आसा दी वार दी 21वीं पौड़ी सी, जित सेविया सुख पाई है, सो साहिब सदा संभालीए, जित कीता पाईए अपना सा घाल बुरी क्यों घालीए। मन आंदा कि इहो जिहा किहड़ा गुरु हो सकदा जिन्हों सेवन दे नाल, मैं तो देवी दे जांदा रहा ना, जान दे नाल आनंद नहीं बनया, तो ये गुरु नानक दा किहो जिहा घर होवेगा जिन्हों सिमरन दे नाल ही जिहड़ा है वो जीवन की तब्दीली आ जाए। भाई जोध दे कोलों पौड़ी सुनी तो सुनदियां सार मन दे विच याद हो गई, रट गई मन दे विच। हुण ये पढ़ते रहंदे ने। एक गल याद रखियो, किहो जे दो सिखां दा जीवन है, एक भाई जोध जी दा, एक हुण मैं अगे जिक्र करना किहो जिहा सिख दा जीवन होवेगा। अज असीं बड़े बड़े समागम कराए जांदे ने, वड्डियां वड्डियां लड़ियां चलाईयां जांदियां ने, पाठां दीयां चला लियां, समागमां दीयां चला लियां। अज साडे कोल सोशल मीडिया ते बहुत समागम ने, अज जीवन तब्दील नहीं किसी का हो रहा, किते ना किते कमी आ रही है। एक पौड़ी ने गुरु अंगद देव जी का जीवन बदल दिता। बाबा अमरदास जी, चलो गां आने वाले दिनों के गुरु अमरदास जी का प्रकाश दिहाड़ा ना आप उदों साझा करांगे। उदों भी एक बचन धन गुरु नानक साहब जी का बीबी अमरों के कोलों सुनिया जाता, जीवन तब्दील हो गया। अज सिखा तू किन्ने क बचन सुनता है गुरु के, तेरे अंदरों क्यों धू नहीं पैंदी? उहदा एक कारण है, असी गुरु नूं मनदे हां पर गुरु दी नहीं मनदे। फर्क पै गया ना ये। गुरु नूं ते मन्नी जाने कि साडा सारियां दा गुरु है, पर असी गुरु दी नहीं मनदे। अज साडी कौम च किन्नी दुविधा चलदी पई है। एक मसला अज भी दरबार साहब दे विच हल कीता जाना, मैं चलो एक मिनट लई विचों निकलिया। जिहड़ा पिछले समय दे विच गुरु ग्रंथ साहब दे विच कुछ वाधू अपने कोलों लगा मात्रा ला के गुरु ग्रंथ साहब दा स्वरूप छापिया गया। बड़ा कुछ फेसबुक ते लिखिया सी, एक मेरे वीर ने लिखिया, कहंदा मित्र सी, कहंदा इहनूं पंथ चों छेक दिओ। मैं थल्ले कमेंट मारिया, मैं छेकन दे नाल मसला हल नहीं ना होना, ये कोई हल नहीं है छेक दिओ पंथ चों। तुसीं जिन्नियां नूं मर्जी छेक दो, अगले पंथ नूं मनदे ही कोई नहीं। अगले कहंदे असीं अकाल तख्त नूं नहीं मनदे, तुसीं कित्थों छेकोगे? छेकना कदी हल नहीं। अज साडी कौम घूक सुत्ती पई है। ये जिहड़ी हरकत है 2009 तो हो रही है। और जिहड़ा अमेरिका का बंदा है ना जिन्हें छेड़छाड़ की गुरु, उन्हें 2009 दे विच चाइना तो जिहड़ा सी, चीन तो जिहड़ा सी वो स्वरूप छपवाया सी। सिखा मैं आउंदिया सोच रहा सा किहड़ी उदाहरण दवा, तेरा घर होवे, सुनियो इनू ध्यान नाल। साडा घर है, घर दे विच तुसीं विदेश जांदे जे, किते बाहर जांदे जे, 2-4 सालां दे बाद च आउंदे जे, तुहानूं घर दा नक्शा तो नहीं ना भुलदा। कमरा आया जिथे घर की सवारी ने फोटो लाई सी, सिनरी लाई सी, उत्थे उन्होंने याद है मैं इत्थे कुछ लाया सी। जिथे गुलदस्ता पिया सी, जिन्हें अपने हत्थ ही रखिया उन्होंने पता है मैं इत्थे आ कुछ रखिया सी। मगरों काम वाली रही रही, गुलदस्ता टुट गया, उन्हें साफ सफाई कर दी, मालक नूं पता ही ना लगे कि मेरे को गलती हो गई है। किते सिनरी कोई ला दी, कोई आण के हटा दी। घर दे आउंदे ने, आण के कहंदे ने कमरे च कोई तब्दीली हुई है, कहंदी नहीं जी वो उदां दा ही है, कहंदी नहीं हुई है। जिन्हें अपने हत्थी सिनरी लाई, अपने हत्थी गुलदस्ते लाई, कहंदी इत्थे कंध ते कुछ सी तू हटा दिता है, इत्थे कुछ नहीं सी तू फड़ के ला दिता है। क्यों याद रहा? मेरा घर सी, राती विचार चल रही सी, हों विच आया हों विच गया, मेरा सी ना, तां चेता रह गया। मैं अपने हत्थी घर बनाया सी, मैनूं याद सी अपने हत्थी सिनरी। गुरु तेरा नहीं सी, तू गुरु नूं पढ़िया हुंदा तैनूं पता लग जांदा इत्थे लगा मात्रा वाधू लाई है ते इत्थों कड्ढी गई है, ते कोई इन्नी जुरत ही ना करता।
ਅਸੀਂ ਗੁਰੂ ਪੜ੍ਹਨਾ ਕੇਵਲ ਤੇ ਕੇਵਲ ਬਾਬਿਆਂ ਦਾ ਬਣਾ ਦਿੱਤਾ। ਬਾਬੇ ਗੁਰੂ ਨੂੰ ਪੜ੍ਹਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨਾ, ਕੋਈ ਲਗਾ ਮਾਤਰਾ ਲਾ ਜੇ, ਕੋਈ ਲਾ ਜੇ ਨਾ, ਤੇ ਸਾਨੂੰ ਪਤਾ ਲੱਗਦਾ ਹੈ ਤੇ ਨਾ ਸਾਨੂੰ ਕੋਈ ਸੋਝੀ ਆਉਂਦੀ। ਮੇਰਾ ਗੁਰੂ ਨਾਲ ਵਾਸਤਾ ਹੀ ਕੋਈ ਨਹੀਂ, ਮੈਂ ਗੁਰੂ ਨੂੰ ਮੰਨਦਾ, ਗੁਰੂ ਦੀ ਨਹੀਂ ਮੰਨਦਾ। 2009 ਤੋਂ ਲੈ ਕੇ 22 ਦੇ ਵਿੱਚ 13 ਸਾਲ ਤਕਰੀਬਨ ਬਣਦੇ ਨੇ। 13 ਸਾਲਾਂ 'ਚ ਕਿਸੇ ਨੂੰ ਚੇਤਾ ਨਹੀਂ ਆਇਆ, ਕਿਸੇ ਨੇ ਸਰੂਪ ਨਹੀਂ ਦੇਖਿਆ। ਕਿਉਂ? ਅਮਰੀਕਾ ਦੇ ਵਿੱਚ ਕੋਈ ਨਹੀਂ ਸੀ ਬੈਠਾ, ਕਿਉਂ ਨਹੀਂ ਕਿਸੇ ਨੇ ਦੇਖਿਆ? ਉਹਦਾ ਕਾਰਨ ਸੀ ਅਸੀਂ ਕਦੇ ਗੁਰੂ ਨੂੰ ਇਹਨੇ ਧਿਆਨ ਨਾਲ ਪੜ੍ਹੇ ਨਹੀਂ ਵੀ ਮੈਨੂੰ ਪਤਾ ਲੱਗ ਸਕੇ ਵੀ ਇਹਦੇ ਵਿੱਚ ਲਗਾ ਮਾਤਰਾ ਕਿੱਥੇ ਲੱਗੀ ਹੋਈ ਹੈ, ਕਿੱਥੋਂ ਛੱਡੀ ਹੋਈ ਹੈ। ਇੰਨਾ ਅਸੀਂ ਕਦੀ ਧਿਆਨ ਨਹੀਂ ਦਿੰਦੇ। ਇਹ ਕਾਰਨ ਨੇ। ਤੇ ਯਾਦ ਰੱਖਿਓ, ਇਹਦਾ ਦੋਸ਼ ਬਾਣੀ ਕਹਿੰਦੀ ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾ ਆਪਣਿਆਂ। ਇਹਦਾ ਅਸੀਂ ਇੱਕ ਪਰਸਨ ਨੂੰ ਉਹਨੂੰ ਦੋਸ਼ ਨਹੀਂ ਦੇ ਅਸੀਂ ਉਹਨੂੰ ਢਿੱਲ ਇੰਨੀ ਕੁ ਦੇ ਦਿੱਤੀ, ਇੰਨੇ ਕੁ ਜ਼ਿਆਦੇ ਅਵੇਸਲੇ ਹੋ ਗਏ ਗੁਰੂ ਦੀ ਬਾਣੀ ਵੱਲੋਂ, ਜਿਹੜਾ ਮਰਜ਼ੀ ਆਣ ਕੇ ਛੇੜਛਾੜ ਕਰਕੇ ਤੇ ਵਾਧਾ ਘਾਟਾ ਕਰਦਾ ਜਾਂਦਾ ਹੈ। ਸਿੱਖਾ ਮੈਨੂੰ ਮਾफ़ ਕਰੇ, ਤੁਸੀਂ ਆਪਣੇ ਅੰਦਰ ਝਾਤੀ ਮਾਰੋ। ਜਪਜੀ ਸਾਹਿਬ ਜਿੰਨੇ ਅੱਖਰ ਨੇ ਉਨੀਆਂ ਲਗਾ ਮਾਤਰਾ ਨੇ। ਜਪਜੀ ਸਾਹਿਬ 'ਚ ਇੱਕੋ ਬਿੰਦੀ ਆਉਂਦੀ ਹੈ ਜੀ, ਭਾਂਡੇ ਦੇ ਉੱਤੇ, ਭਾਂਡਾ ਪੌਲੀ ਪੌੜੀ ਤੇ ਇੱਕੋ ਬਿੰਦੀ ਹੈ ਪੂਰੇ ਜਪਜੀ ਸਾਹਿਬ ਦੇ ਵਿੱਚ। ਤੇ ਉਹ ਮੈਂ ਵੀ ਸਰੂਪ ਵੇਖਿਆ ਸੀ, ਉੱਥੇ ਕਿੰਨੀਆਂ ਬਿੰਦੀਆਂ ਠੋਕੀਆਂ। ਕਦੀ ਧਿਆਨ ਨਾਲ ਪੜ੍ਹਿਆ ਹੋਵੇ ਤੇ ਤੈਨੂੰ ਪਤਾ ਹੋਵੇ ਨਾ ਵੀ ਇੱਥੇ ਆਹ ਲਗਾ ਮਾਤਰਾ ਬਣਦੀ ਤੇ ਇੱਥੇ ਆਹ ਨਹੀਂ ਬਣਦੀ ਲਗਾ ਮਾਤਰਾ। ਪਰ ਸਾਡਾ ਧਿਆਨ, ਕਿਉਂਕਿ ਘਰ ਮੇਰਾ ਸੀ, ਮੈਨੂੰ ਘਰ ਦੀ ਸਿਨਰੀ ਤਾਂ ਯਾਦ ਰਹਿ ਗਈ। 10 ਸਾਲਾਂ ਤੱਕ ਘਰ ਨਹੀਂ ਮੈਂ ਆਇਆ, ਪਰ ਮੈਂ ਰੋਜ਼ ਬਾਣੀ ਪੜ੍ਹਦਾ ਰਿਹਾ। ਮੇਰਾ ਗੁਰੂ ਨਹੀਂ ਸੀ, ਮੈਨੂੰ ਇਸ ਕਰਕੇ ਚੇਤਾ ਨਹੀਂ ਰਿਹਾ। ਕੋਈ ਆਣ ਕੇ ਛੇੜਖਾਨੀ ਕਰਕੇ ਚਲਿਆ ਜਾਂਦਾ, ਜੋ ਮਰਜ਼ੀ ਹੱਲ ਹੋ ਜਾਂਦਾ। ਇੱਦਾਂ ਛੇਕਣ ਦੇ ਨਾਲ ਕਦੀ ਵੀ ਮਸਲੇ ਹੱਲ ਨਹੀਂ ਹੁੰਦੇ। ਚਲੋ ਇੱਕ ਵੱਖਰਾ ਵਿਸ਼ਾ ਹੈ। ਭਾਈ ਜੋਧ ਦਾ ਕਿੱਦਾਂ ਦਾ ਜੀਵਨ ਹੋਵੇਗਾ। ਇੱਕ ਪੌੜੀ ਸੁਣਾਈ ਤੇ ਭਾਈ ਲਹਿਣੇ ਦੇ ਅੰਦਰ ਨੂੰ ਧੂਪ ਪਾ ਕੇ ਰੱਖ ਦਿੱਤੀ ਉਸ ਪੌੜੀ ਨੇ ਉੱਤੇ। ਅੱਜ ਸਾਨੂੰ ਇਹੋ ਜਿਹੇ ਗੁਰਸਿੱਖ ਨਹੀਂ ਮਿਲਦੇ ਪਏ, ਬਹੁਤ ਵੱਡੀ ਮੁਸ਼ਕਲ ਬਣਦੀ ਜਾ ਰਹੀ ਹੈ। ਅਸੀਂ ਬਾਹਰ ਦੇ ਪੈਸੇ ਦੇ ਨਾਲ ਇਮਾਰਤਾਂ ਵੱਡੀਆਂ ਬਣਾ ਦਿੱਤੀਆਂ, ਗੁਰਦੁਆਰਿਆਂ ਤੇ ਸੋਨਾ ਤੇ ਲਾ ਦਿੱਤਾ, ਸਿੱਖਾਂ ਨੂੰ ਸੋਨਾ ਨਾ ਲਾ ਸਕੇ। ਗੁਰੂ ਜਦੋਂ ਲਾਉਂਦਾ ਸੀ ਨਾ, ਸਿੱਖ ਨੂੰ ਸੋਨਾ ਲਾਉਂਦਾ ਸੀ। ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ। ਕੰਚਨ ਕਹਿੰਦੇ ਨੇ ਸੋਨੇ ਨੂੰ। ਗੁਰੂ ਨੂੰ ਵਪਾਰਸ ਸੀ, ਸਿੱਖ ਲੋਹੇ ਵਰਗਾ ਜੰਗਾਲਿਆ ਸੀ, ਗੁਰੂ ਨਾਲ ਜੁੜਿਆ ਸੋਨਾ ਬਣ ਗਿਆ। ਅਸੀਂ ਗੁਰਦੁਆਰਿਆਂ ਤੇ ਸੋਨਾ ਲਾ ਦਿੱਤਾ। ਇਹੋ ਜਿਹੇ ਬੱਚੇ ਨਾ ਆਪਣੇ ਤਿਆਰ ਕਰ ਸਕੇ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਪੂਰਨ ਤੌਰ ਤੇ ਜਾਣਕਾਰੀ ਹੋਵੇ। ਇਹਦੇ ਪਿੱਛੇ ਸਾਡੀਆਂ ਸੰਸਥਾਵਾਂ ਦੀਆਂ ਕਮੀਆਂ ਨੇ। ਇਹ ਗੱਲ ਯਾਦ ਰੱਖਿਓ। ਅੱਜ ਅਸੀਂ ਪੰਥਕ ਇਕੱਠ ਕਰਕੇ ਰੌਲਾ ਪਾ ਦਾਂਗੇ, ਦੁਹਾਈ ਹੋ ਗਈ ਜੀ, ਲੁੱਟੇ ਗਏ, ਮਾਰੇ ਗਏ, ਗੁਰੂ ਗ੍ਰੰਥ ਸਾਹਿਬ ਨਾਲ ਛੇੜਛਾੜ ਹੋ ਗਈ। ਪਰ ਇੱਦਾਂ ਨਹੀਂ। ਸਾਨੂੰ ਨਾ ਤੇ ਅਸੀਂ ਅਦਾਰੇ ਖੋਲ੍ਹ ਸਕੇ ਉਹ ਜਿੱਥੇ ਬੱਚੇ ਨੂੰ ਉੱਚ ਵਿੱਦਿਆ ਦਿੱਤੀ ਜਾਵੇ, ਨਾ ਹੀ ਜਿਨ੍ਹਾਂ ਨੇ ਵਿੱਦਿਆ ਪ੍ਰਾਪਤ ਕੀਤੀ ਉਹਨਾਂ ਦਾ ਮਿਆਰ ਇੰਨਾ ਕੁ ਉੱਚਾ ਕਰ ਸਕੇ ਕਿ ਉਹ ਖੁੱਲ੍ਹ ਕੇ ਪ੍ਰਚਾਰ ਕਰ ਸਕਣ। ਡਾਕਟਰ ਸਾਬਰ ਸਾਹਿਬ ਆਏ ਨੇ, ਇਹਨਾਂ ਮੈਨੂੰ ਪਿਛਲੇ ਦਿਨ ਇੱਕ ਸਵਾਲ ਕੀਤਾ ਸੀ। ਕਹਿੰਦੇ ਬਾਬਾ ਜੀ ਕੋਈ ਪ੍ਰਚਾਰਕ ਹੋਵੇ ਜਿਹੜਾ ਇੰਗਲਿਸ਼ 'ਚ ਕਥਾ ਕਰ ਸਕਦਾ ਹੋਵੇ। ਮੈਂ ਜੀ ਮੇਰਾ ਤੇ ਹੱਥ ਟੈਟ ਹੈ, ਆਪਣੇ ਕੋਲ ਤਾਂ ਹੋਣੀ ਹੀ ਨਹੀਂ। ਮੈਂ ਤੁਹਾਨੂੰ ਕੋਈ ਪ੍ਰਚਾਰਕ ਨਹੀਂ ਮਿਲਣਾ। ਜਿਹੜੇ ਕਥਾ ਕਰਦੇ ਨੇ, ਸੱਚੀ ਗੱਲ, ਅਸੀਂ ਰੋਟੀ ਦੀ ਖਾਤਰ ਕਰਦੇ ਹਾਂ। ਜਦੋਂ ਕੋਈ ਪੜ੍ਹਦਾ ਹੈ, ਜੇ ਕੋਈ ਚੰਗੇ ਘਰ ਦਾ ਬੱਚਾ CBSE ਜਾਂ ਕੋਈ ICSE ਬੋਰਡ ਦਾ ਪੜ੍ਹਦਾ ਹੈ, ਉਹ ਇਸ ਪਾਸੇ ਨੂੰ ਜਾਂਦਾ ਨਹੀਂ। ਉਹਨੂੰ ਪਤਾ ਹੈ ਵੀ ਬਾਬੇ ਦੇ ਹਾਲਾਤ ਕੀ ਕਰਦੇ। ਜੇ ਵਿਚਾਰੇ ਰਾਗੀ ਹੋਵੇ, ਪ੍ਰਚਾਰਕ ਹੋਵੇ, ਗ੍ਰੰਥੀ ਹੋਵੇ, ਤਰਲੇ ਮਾਰਨ ਤੇ ਮਜਬੂਰ ਕਰਦੇ ਨੇ ਸਾਡੇ ਪ੍ਰਬੰਧਕ ਕਮੇਟੀਆਂ। ਉੱਥੇ ਸਿੱਖੀ ਦਾ ਪ੍ਰਚਾਰ ਕਿੱਥੇ ਹੋਵੇਗਾ? ਉੱਥੇ ਬਾਣੀ ਦੇ ਨਾਲ ਇਹੋ ਕੁਝ ਹੀ ਹੋਣਾ ਹੈ। ਇਹ ਗੱਲਾਂ ਕੌੜੀਆਂ ਨੇ ਪਰ ਸੱਚੀਆਂ ਨੇ। ਜਿੱਥੇ ਗ੍ਰੰਥੀ ਨੂੰ, ਜਿੱਥੇ ਰਾਗੀ ਨੂੰ, ਜਿੱਥੇ ਪ੍ਰਚਾਰਕ ਨੂੰ ਆਪਣੇ ਟੱਬਰ ਦਾ ਫਿਕਰ ਹੋਊਗਾ, ਉਹ ਜਾ ਕੇ ਕਦੀ ਬਾਣੀ ਦਾ ਅਭਿਆਸ ਨਹੀਂ ਕਰ ਸਕੂਗਾ। ਪਿੰਡਾਂ ਦੇ ਵਿੱਚ, ਚਲੋ ਸ਼ਹਿਰਾਂ ਦਾ ਮਾਹੌਲ ਬਦਲ ਗਿਆ, ਪਿੰਡਾਂ 'ਚ ਬੜੇ ਬੜੇ ਇਹੋ ਜਿਹੇ ਗ੍ਰੰਥੀ ਵੇਖੇ ਨੇ ਜਿਹਨੇ ਘਰ ਜਾ ਕੇ ਪੱਠੇ ਵੱਢਣੇ ਹੁੰਦੇ ਨੇ। ਰਾਗੀ ਮੈਂ ਇਹੋ ਜਿਹੇ ਵੇਖੇ ਨੇ, ਪ੍ਰਚਾਰਕ ਵੇਖੇ ਜਿਹਨੇ ਘਰ ਦਾ ਜਿਹੜਾ ਕੰਮਕਾਰ ਕਰਨਾ ਪੈਂਦਾ, ਜਿਨ੍ਹਾਂ ਨੂੰ ਭਲਿਆ ਜੇ ਤੂੰ ਪ੍ਰਚਾਰਕ ਹੋ ਕੇ ਰਾਗੀ ਗ੍ਰੰਥੀ ਹੋ ਕੇ ਕੰਮ ਦਾ ਘਰ ਦਾ ਕੰਮ ਕਰਨਾ ਤੇ ਬਾਣੀ ਕਿਹੜੇ ਵੇਲੇ ਪੜ੍ਹ ਕੇ ਸੁਣਾਏਂਗਾ। ਅਸੀਂ ਬਾਣੀ ਤੋਂ ਦੂਰ ਕਰ ਦਿੱਤਾ। ਸਾਡੇ ਬਾਹਰ ਦੇ ਪੈਸੇ ਨੇ ਜਿੰਨਾ ਬਰਬਾਦੀ, ਮੈਨੂੰ ਮਾफ़ ਕਰਨਾ, ਕਾਰ ਸੇਵਾ ਬਾਹਰ ਦੇ ਪੈਸੇ ਨੇ ਕੌਮ ਦੀ ਕੀਤੀ। ਅਸੀਂ ਚੰਗੇ ਅਦਾਰੇ ਖੋਲ੍ਹ ਕੇ ਬੱਚਿਆਂ ਨੂੰ ਇੰਨੀ ਕੁ ਨੌਲੇਜ ਦਿੰਦੇ, ਇੰਨੇ ਕੁ ਸਮਾਗਮ ਕਰਾ ਕੇ ਇਹ ਕੁਛ ਝੋਲੀ 'ਚ ਪਾ ਦਿੰਦੇ, ਆਹ ਗੁਰੂ ਦਾ ਖਜ਼ਾਨਾ ਹੈ। ਤੇ ਸ਼ਾਇਦ ਅੱਜ ਗੁਰੂ ਗ੍ਰੰਥ ਸਾਹਿਬ ਦੇ ਨਾਲ ਇਹੋ ਜਿਹੀਆਂ ਛੇੜਖਾਨੀਆਂ ਨਾ ਹੁੰਦੀਆਂ। ਬਗਾਨਿਆਂ ਨੂੰ ਪਤਾ ਹੈ। ਇੱਥੇ ਮੈਂ ਇੱਕ ਹੋਰ ਬੇਨਤੀ ਕਰ ਦੇਵਾਂ, ਗੱਲ ਥੋੜ੍ਹੀ ਸਪਸ਼ਟ ਕਰ ਦੇਵਾਂ। ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ, ਇਹ ਗੱਲ ਕਹੀ ਜਾਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇੱਕ ਤੁਹਾਡੀ ਆਸਾ ਦੀ ਵਾਰ ਦੇ ਵਿੱਚ ਇਹ ਪੌੜੀ ਪੰਕਤੀ ਆਉਂਦੀ ਹੈ ਕਿ ਮਿੱਟੀ ਮੁਸਲਮਾਨ ਕੀ। ਸਿੱਖ ਨੂੰ ਨਹੀਂ ਪਤਾ। ਆਪਣੇ ਦਿਲਾਂ ਤੇ ਹੱਥ ਰੱਖ ਕੇ ਵੇਖੋ, ਸਾਨੂੰ ਕਿੰਨਿਆਂ ਨੂੰ ਪਤਾ ਹੈ ਪੰਕਤੀ ਕਿੱਥੇ ਆਉਂਦੀ ਹੈ? ਨਹੀਂ ਪਤਾ। ਮੁਗਲਾਂ ਨੂੰ ਪਤਾ ਹੈ ਇਹ ਆਸਾ ਦੀ ਵਾਰ ਦੀ ਹੈ, ਸਾਨੂੰ ਨਹੀਂ ਪਤਾ। ਹਜ਼ਾਰਾਂ ਵਾਰ ਇਹਦੀ ਕਥਾ ਕਰ ਦਿੱਤੀ ਗਈ, ਅੱਜ ਵੀ ਸਾਨੂੰ ਪਤਾ ਨਹੀਂ ਲੱਗਿਆ। ਅੱਜ ਵੀ ਅਸੀਂ ਬੱਚਿਆਂ ਨੂੰ ਨਾ ਦੱਸ ਸਕੇ ਕਿ ਮਿੱਟੀ ਮੁਸਲਮਾਨ ਕੀ ਕਿਹੜੀ ਪਾਵਨ ਸ਼ਲੋਕ ਦੀ, ਕਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੱਥੇ ਦਰਜ ਸੀ। ਉਹਨਾਂ ਨੂੰ ਪਤਾ ਸੀ, ਜਿਨ੍ਹਾਂ ਨੇ ਗੜਬੜੀ ਕਰਨੀ ਸੀ ਉਹਨਾਂ ਨੂੰ ਉਦੋਂ ਪਤਾ ਸੀ। ਇਹਦਾ ਭਾਵ ਉਸ ਵੇਲੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਇਹਦੀ ਸਟੱਡੀ ਹੋਈ ਸੀ ਕਿ ਆਸਾ ਦੀ ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਕੁਝ ਦਰਜ ਕੀਤਾ ਹੋਇਆ ਹੈ।
ਬਗਾਨਿਆਂ ਦੀ ਸਟੱਡੀ ਹੈ, ਸਾਡੀ ਸਟੱਡੀ ਕੋਈ ਨਹੀਂ। ਅਸੀਂ ਬਾਹਰ ਮੁਖੀ ਨੂੰ ਭੱਜਦੇ ਹਾਂ, ਬਾਅਦ ਦੂਸਰਿਆਂ ਨੂੰ ਕਸੂਰਵਾਰ ਠਹਿਰਾਉਣੇ। ਅੱਜ ਇੱਕ ਨੂੰ ਤੁਸੀਂ ਪੰਥ ਚੋਂ ਛੇਕ ਦੋਗੇ, ਇਹ ਕੋਈ ਹੱਲ ਨਹੀਂ ਹੋ ਜਾਣਾ। ਇੱਕ ਦੂਜਾ ਉੱਠੇਗਾ, ਕਿੰਨਿਆਂ ਕੁ ਨੂੰ ਛੇਕੋਗੇ? ਬਹੁਤ ਛੇਕੇ ਨੇ। ਛੇਕਣਾ ਕਦੀ ਹੱਲ ਨਹੀਂ ਹੁੰਦਾ। ਅਸੀਂ ਬੱਚਿਆਂ ਨੂੰ, ਅਸੀਂ ਪ੍ਰਚਾਰਕਾਂ ਨੂੰ ਇੰਨੀ ਕੁ ਜ਼ਿਆਦਾ ਨੌਲੇਜ ਦੇਈਏ। ਦੇਖੋ ਗੱਲ ਖੋਲ੍ਹਦਿਆਂ ਬੜੇ ਮੁਸ਼ਕਲਾਂ ਆਉਂਦੀਆਂ ਨੇ। ਪਿਛਲੇ ਸਮੇਂ ਇਹਨਾਂ ਨੇ ਕਮੇਟੀ ਨੇ, ਸਾਡੇ ਜਥੇਦਾਰ ਨੇ ਕੀ ਕੀਤਾ, ਕੁਝ ਕਮੇਟੀ ਬਣਾ ਕੇ, ਕੁਝ ਬੰਦੇ ਬਣਾ ਕੇ ਜੀ ਉਹ ਸਰਚ ਕਰਨ ਵਾਸਤੇ ਭੇਜੇ। ਅਜੇ ਵੀ ਕੁਝ ਇਹੋ ਜਿਹੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਜਿਹੜੇ ਹੱਥ ਲਿਖਦਾ ਸਰਚ ਕੀਤੀਆਂ ਜਾਂਦੀਆਂ ਨੇ, ਕਈ ਵਾਰੀ ਗਲਤੀਆਂ ਰਹਿ ਜਾਂਦੀਆਂ ਨੇ। ਜਦੋਂ ਲਿਫਾਫੇ ਦੇ ਵਿੱਚੋਂ ਜਥੇਦਾਰ ਨਿਕਲਣਗੇ, ਲਿਫਾਫੇ 'ਚੋਂ ਪ੍ਰਚਾਰਕ ਨਿਕਲਣਗੇ, ਉੱਥੇ ਗਲਤੀਆਂ ਹੋਣਗੀਆਂ। ਜਦੋਂ ਭਾਵਨਾ ਵਾਲਿਆਂ ਨੂੰ ਪੂਰੇ ਨਾ ਕੀਤਾ ਜਾਵੇਗਾ, ਉਹਨਾਂ ਨੂੰ ਅੱਗੇ ਨਾ ਲਿਆਂਦਾ, ਇਹੋ ਕੁਛ ਸਾਡੇ ਨਾਲ ਹੁੰਦਾ ਹੈ। ਸੋ ਰਾਓ ਵਿਚਾਰ ਮੈਂ ਇਹ ਵਿਸ਼ੇ ਨੂੰ ਜ਼ਿਆਦਾ ਨਾ ਰੱਖਾਂ, ਕਿਉਂਕਿ ਅੱਜ ਇਹ ਇਕੱਤਰਤਾ ਹੋਣੀ ਸੀ। ਮੈਂ ਤਾਂ ਤੁਹਾਨੂੰ ਹਿੰਟ ਦੇ ਦਿੱਤਾ, ਹੱਲਾ ਗੁੱਲਾ ਕਰਨ ਦੇ ਨਾਲ ਕੁਛ ਨਹੀਂ ਹੋਣਾ। ਜਾ ਕੇ ਮੰਜੀ ਸਾਹਿਬ ਪਾ ਦਿਓ, ਰੌਲਾ ਕਿੰਨਾ ਕੁ ਪਾ ਲੋਗੇ? ਕੀ ਕਰ ਲੋਗੇ? ਉਹਦਾ ਕੁਛ ਨਹੀਂ ਕਰਨਾ। ਉਹਨੇ ਜਿਹੜਾ ਕੰਮ ਕਰਨਾ ਸੀ ਕਰਤਾ, ਬਗਾਨੇ ਨੇ। ਕਸੂਰ ਸਾਡਾ ਹੈ, ਸਾਡੇ ਕੋਲ ਇਹੋ ਜਿਹੇ ਪ੍ਰਚਾਰਕ ਨਾ ਤਿਆਰ ਹੋ ਸਕੇ, ਸਾਡੇ ਕੋਲ ਇਹੋ ਜਿਹੇ ਕਥਾਵਾਚਕ ਨਾ ਤਿਆਰ ਹੋ ਸਕੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਦਿਆਂ ਕਹਿ ਸਕਦੇ ਹੋਣ, ਭਲਿਆ ਇੱਥੇ ਤੂੰ ਗਲਤੀ ਕਰ ਗਿਆ, ਇਹਨੂੰ ਦੁਹਰਾ ਲਾ, ਇਹਦੀ ਸੁਧਾਈ ਕਰ ਲਾ। ਉਹਦਾ ਕਾਰਨ ਸਾਡੇ ਆਪਸ ਵਿੱਚ ਕਮੀਆਂ ਰਹਿ ਗਈਆਂ। ਜਿਹਨੂੰ ਦਿੱਤਾ ਹੀ 5-7 ਹਜ਼ਾਰ ਜਿੰਦਾ ਹੈ, ਉਹ 5-7 ਹਜ਼ਾਰ ਤੇ ਆਪਣੀ ਸਟੱਡੀ ਕਰੇਗਾ ਕਿ 5-7 ਹਜ਼ਾਰ ਤੇ ਕੋਈ ਪਰਿਵਾਰ ਦਾ ਗੁਜ਼ਾਰਾ ਕਰੇਗਾ? ਇਹ ਕੌੜਾ ਸੱਚ ਹੈ। ਇੱਕ ਰੌ ਵਿਚਾਰ ਭਾਈ ਜੋਧ ਜੀ ਦੇ ਕੋਲੋਂ ਭਾਈ ਲੈਣੇ ਨੇ ਇਹ ਪੌੜੀ ਸੁਣੀ ਹੈ, ਜੀਵਨ ਤਬਦੀਲ ਹੋ ਗਿਆ। ਮਨ ਸੋਚਦਾ ਇਹ ਕਿਹੋ ਜਿਹਾ ਗੁਰੂ ਹੋਵੇਗਾ ਜਿਹਨੂੰ ਸੁਣਨ ਦੇ ਨਾਲ, ਜਿੰਦਾ ਸਿਮਰਨ ਦੇ ਨਾਲ ਹੀ ਅੰਦਰ ਨੂੰ ਆਨੰਦ ਮਿਲਦਾ ਹੈ। ਮਨ 'ਚ ਸੋਚਿਆ ਕਿ ਜ਼ਰੂਰ ਮਿਲਾਂਗਾ। ਇੱਕ ਦਿਨ ਇਹ ਦੁਕਾਨ ਕਰਦੇ ਨੇ, ਰਾਤ ਦਾ ਵੇਲਾ ਤੇ ਦੁਕਾਨ ਬੰਦ ਕੀਤੀ। ਇੱਥੇ ਬੜੀ ਤਗੜੀ ਮੁਸ਼ਕਲ ਹੈ। ਅਜੇ ਵੀ ਅਸੀਂ ਨਾ ਵਹਿਮ ਚੋਂ ਨਹੀਂ, ਅਸੀਂ ਕਹਿੰਦੇ ਨੇ ਦੁਕਾਨ ਵਧਾਤੀ, ਭਲੇ ਬੰਦ ਕਰਤੀ ਦਾ ਕਿਤੇ ਇਹ ਨਾ ਅਰਥ ਕਰ ਲਈਏ ਕਿ ਪੱਕੀ ਬੰਦ ਕਰਤੀ। ਅੱਜ ਵੀ ਸਾਡੇ ਜਿਹੜੇ ਵੀਰ ਨੇ ਨਾ, ਮਨ 'ਚ ਇੱਕ ਵਹਿਮ ਵੜਿਆ ਰਹਿੰਦਾ। ਮੈਂ ਬੜੀ ਵਾਰੀ ਕਹਿੰਦਾ ਇਹਨਾਂ ਵਹਿਮਾਂ 'ਚੋਂ ਨਿਕਲੋ। ਬੰਦ ਕਰਤੀ ਤੇ ਬੰਦ ਕਰਤੀ, ਫਿਰ ਕੀ ਹੋ ਗਿਆ? ਪੱਕੀ ਬੰਦ ਨਹੀਂ ਹੁੰਦੀ। ਸੋ ਭਾਈ ਲਹਿਣਾ ਜੀ, ਸ਼ਾਮ ਦਾ ਵੇਲਾ ਹੈ, ਇੱਥੇ ਇੱਕ ਗਰੀਬੜਾ ਜਿਹਾ ਸਿੱਖ ਹੁੰਦਾ ਗੁਰੂ ਨਾਨਕ ਸਾਹਿਬ ਦਾ। 2-3 ਦਿਨਾਂ ਬਾਅਦ ਆਇਆ ਹੈ ਭਾਈ ਲਹਿਣਾ ਜੀ ਦੇ ਕੋਲ। ਥੋੜ੍ਹੇ ਜਿਹੇ ਪੈਸੇ ਦਿੱਤੇ ਨੇ, ਉਹਦੀ ਰਸਤ ਲਈ ਹੈ। ਥੋੜ੍ਹੇ ਜਿਹੇ ਪੈਸਿਆਂ ਦੀ ਜਿਹੜੀ ਰਸਤ ਇੰਨੀ ਕਾਈ, ਜੇ ਕੋਈ ਬਹੁਤ ਸੰਕੋਚ ਵਿੱਚ ਨਿੱਕੇ ਨਿੱਕੇ ਪੇੜੇ ਕਰਕੇ ਬੀਬੀ ਪ੍ਰਸ਼ਾਦੇ ਬਣਾਏ ਤੇ 3 ਬਣਾਏ, 4 ਬਣਾਏਗੀ, ਨਹੀਂ ਤੇ 3 ਬਣਨਗੇ, ਇਹ ਤੋਂ ਵੱਧ ਨਹੀਂ। ਜਿੰਨੀ ਕੁ ਦਾਲ ਦਿੱਤੀ ਉਹਦੇ ਨਾਲ 1-2 ਕਟੋਰੀਆਂ ਜਿਹੜੀਆਂ ਨੇ ਉਹ ਦਾਲ ਦੀਆਂ ਬਣ ਗਈਆਂ, ਇਹ ਤੋਂ ਵੱਧ ਨਹੀਂ। ਭਾਈ ਲਹਿਣਾ ਜੀ ਦਾ ਸੁਭਾਅ ਦਾਨੀ ਸੀ। ਪੁੱਛ ਲਿਆ, ਇਹਦਾ ਨਾਮ ਹੈ ਭਾਈ ਸ਼ੀਹਾਂ, ਜਿਹੜਾ ਚੱਲ ਕੇ ਆਇਆ ਹੈ। ਕਹਿਣ ਲੱਗੇ, ਸ਼ੀਹੇ 2-3 ਦਿਨ ਹੋ ਗਏ ਤੂੰ ਆਇਆ ਨਹੀਂ ਦੁਕਾਨ ਤੇ, ਮੈਨੂੰ ਤੇਰੇ ਘਰ ਦਾ ਹਾਲਾਤ ਪਤਾ ਹੈ ਤੇ ਕੀ ਗੱਲ ਸੌਦਾ ਪੱਤਾ ਕਿਤੇ ਹੋਰੋਂ ਲੈ ਲਿਆ ਸੀ? ਇਹਨਾਂ ਤਾਂ ਮੈਨੂੰ ਪਤਾ ਤੇਰੇ ਘਰ ਦੇ ਵਿੱਚ ਰੋਜ਼ ਦਾ ਸੌਦਾ ਖੜਨਾ ਪੈਂਦਾ, ਤੂੰ ਰਾਸਤੇ ਹੁੰਦੀ ਨਹੀਂ ਤੇਰੇ ਕੋਲ। ਕਹਿਣ ਲੱਗਾ, ਨਹੀਂ, ਇੱਕ ਤੇ ਸਿਹਤ ਕੋਈ ਥੋੜ੍ਹੀ ਜਿਹੀ ਢਿੱਲੀ ਸੀ, ਇੱਕ ਕੰਮ ਕੋਈ ਨਹੀਂ ਮਿਲਿਆ। ਅੱਜ ਮਾੜੀ ਜੀ ਦਿਹਾੜੀ ਲੱਗੀ ਹੈ, ਆ ਥੋੜ੍ਹੇ ਜਿਹੇ ਪੈਸੇ ਮਿਲੇ ਨੇ, ਮੈਂ ਸੌਦਾ ਲੈਣ ਆ ਗਿਆ। ਇਹ ਗੱਲ ਸੁਣ ਕੇ ਮਨ 'ਚ ਤਰਸ ਆਇਆ। ਆਪਣੇ ਕੋਲੋਂ ਥੋੜ੍ਹਾ ਜਿਹਾ ਆਟਾ, ਥੋੜ੍ਹੀ ਜਿਹੀ ਦਾਲ ਵੱਧ ਪਾ ਦਿੱਤੀ। ਭਾਈ ਸ਼ੀਹੇ ਨੇ ਰੋਕ ਦਿੱਤਾ। ਕਹਿਣ ਲੱਗੇ, ਰੁਕ ਜਾ ਇੱਥੇ। ਕਹਿੰਦੇ, ਕੀ ਹੋਇਆ? ਕਹਿਣ ਲੱਗੇ, ਇਹ ਕੀ ਕਰਨ ਲੱਗਾ ਹੈ? ਭਾਈ ਲੈਣਾ ਕਹਿਣ ਲੱਗਾ, ਮੈਂ ਆਪਣੇ ਕੋਲੋਂ ਆਟਾ ਪਾਉਣ ਲੱਗਾ, ਰੱਜ ਕੇ ਰੋਟੀ ਖਾ ਲਈ ਅੱਜ 3 ਦਿਨਾਂ ਬਾਅਦ, ਜੇ ਤੂੰ ਕੁਝ ਘਰ 'ਚ ਖੜਨਾ ਹੈ ਤੇ। ਭਾਈ ਸ਼ੀਹਾ ਕਹਿਣ ਲੱਗਾ, ਮੈਨੂੰ ਮਨਜ਼ੂਰ ਨਹੀਂ। ਭਾਈ ਲੈਣਾ ਕਹਿੰਦਾ, ਮੈਂ ਤੇਰੇ ਕੋਲ ਪੈਸੇ ਨਹੀਂ ਮੰਗਦਾ। ਨਹੀਂ, ਮੈਨੂੰ ਪਤਾ ਹੀ ਨਹੀਂ ਪੈਸੇ ਹੈਗੇ, ਤੂੰ ਪੈਸੇ ਨਾ ਦੇਵੀਂ, ਮੈਂ ਪੈਸੇ ਨਹੀਂ ਮੰਗਦਾ। ਕਹਿੰਦਾ, ਗੱਲ ਪੈਸੇ ਦੀ ਨਹੀਂ ਹੈ, ਮੇਰੇ ਗੁਰੂ ਦਾ ਹੁਕਮ ਹੈ, ਆਪਣੇ ਹੱਕ ਦੀ ਹੀ ਖਾਣੀ ਹੈ, ਭਾਵੇਂ ਅੱਧੀ ਖਾਵਾਂ ਤੇ ਭਾਵੇਂ ਮੈਂ ਰੱਜ ਕੇ ਖਾਵਾਂ, ਇਹ ਮੈਂ ਬੇਹੱਕਾ ਪ੍ਰਸ਼ਾਦਾ ਨਹੀਂ ਛਕ ਸਕਦਾ। ਮਨ ਨੂੰ ਬੜੀ ਸੱਟ ਵੱਜੀ ਕਿ ਇਹ ਕਿਹੋ ਜਿਹੇ ਗੁਰੂ ਦਾ ਸਿੱਖ। ਕਹਿੰਦੇ, ਤੇਰਾ ਗੁਰੂ ਕੌਣ ਹੈ? ਕਹਿੰਦਾ, ਗੁਰੂ ਨਾਨਕ। ਵਾਹ ਸਿੱਖਾ ਤੇਰੇ। ਅੱਜ ਸਾਨੂੰ ਕੋਈ ਪੈਸੇ ਦਿੰਦਾ ਹੋਵੇ ਨਾ, ਅੱਜ ਤਾਂ ਸਾਡੇ ਬਾਬਿਆਂ ਨੂੰ ਸਾਨੂੰ ਮੁੱਠੀਆਂ ਦੇ ਵਿੱਚ ਪੈਸੇ ਮਿਲਦੇ ਨੇ, ਆਪਾਂ ਵੀ ਬੋਝਾ ਢਿੱਲਾ ਜਿਹਾ ਕਰਦੇ ਨੇ, ਜੇਬ 'ਚ ਹੀ ਪਾ ਦਿਓ, ਸਿੱਧੇ ਬਾਬੇ ਪੈਸੇ ਨੂੰ ਹੱਥ ਨਹੀਂ ਲਾਉਂਦੇ। ਆਹ ਸੀ ਸਿੱਖ ਦਾ ਜੀਵਨ। 3 ਦਿਨਾਂ ਬਾਅਦ ਪ੍ਰਸ਼ਾਦਾ ਮਿਲਣਾ ਹੈ, ਉਹਦੇ ਵਿੱਚ ਵੀ ਕਹਿੰਦਾ, ਮੈਂ ਅੱਧੀ ਨਾਲ ਗੁਜ਼ਾਰਾ ਕਰ ਲਾਂਗਾ, ਮੈਨੂੰ ਤੇਰੇ ਤਰਸ ਦੀ ਲੋੜ ਨਹੀਂ। ਤਰਸ ਚਾਹੀਦਾ ਹੈ, ਪਰ ਮੈਨੂੰ ਮੇਰੇ ਗੁਰੂ ਨਾਨਕ ਦਾ ਤਰਸ ਚਾਹੀਦਾ ਹੈ। ਅੱਜ ਅਸੀਂ ਕਦੀ ਕਿਸੇ ਦੇ ਪੈਰਾਂ 'ਤੇ ਲਿਲਕਲੀਆਂ ਕੱਢਦੇ ਹਾਂ, ਕਦੀ ਕਿਸੇ ਦੇ ਪੈਰਾਂ 'ਤੇ ਲਿਲਕਲੀਆਂ ਕੱਢਦੇ ਹਾਂ। ਸਿੱਖਾ, ਜੇ ਤੂੰ ਗੁਰੂ ਨਾਨਕ ਦਾ ਸਿੱਖ ਬਣਿਆ, ਧਰਵਾਸ ਰੱਖੀ, ਯਾਦ ਰੱਖੀ, ਟੇਕ ਗੁਰੂ ਨਾਨਕ ਦੀ ਰੱਖੀ, ਜਿਹਨੇ ਜਨਮ ਦਿੱਤਾ। ਗੁਰੂ ਅਰਜਨ ਸਾਹਿਬ ਰੋਜ਼ ਕਹਿੰਦੇ ਨੇ, ਕਾਹੇ ਰੇ ਮਨ ਚਿਤਵੈ ਉਦਮ, ਜਾ ਆਹਰ ਹਰ ਜੀਓ ਭਰਿਆ, ਸੈਲ ਪੱਥਰ ਮੈਂ ਜੰਤ ਉਪਾਏ, ਤਾ ਕਰ ਰਿਜਕ ਆਗਿਆ ਕਰਤ ਰਿਹਾ। ਉਹਨੇ ਤਾਂ ਕੀੜਿਆਂ ਤੱਕ, ਪੱਥਰਾਂ ਦੇ ਵਿੱਚ ਵੀ ਰਿਜਕ ਦੇ ਦਿੱਤਾ। ਤੂੰ ਕਾਹਤੋਂ ਪਰਵਾਹ ਕਰਦਾ? ਉਹ ਤੈਨੂੰ ਵੀ ਦੇਵੇਗਾ। ਭਾਈ ਸ਼ੀਹਾਂ ਲੈ ਕੇ ਦਾਲ ਆਟਾ ਘਰ ਨੂੰ ਆ ਗਿਆ। ਸਾਦਾ ਜਿਹਾ ਘਰ ਹੈ।
ਹੁਣ ਭਾਈ ਲਹਿਣੇ ਦੇ ਮਨ 'ਚ ਇੱਕ ਸਵਾਲ ਹੈ, ਅਜੇ ਦੁਬਿਧਾ ਪੂਰੀ ਨਹੀਂ ਸੀ, ਕਿਉਂਕਿ ਜਿਹੜੇ ਸਰੂਪ ਬਣਿਆ ਹੋਇਆ ਨਾ ਮਨ ਦੇ ਵਿੱਚ ਧਰਮ ਦਾ, ਉਹ ਇਹ ਸੀ ਸੰਸਾਰਿਕ ਮਨੁੱਖ ਰੋਟੀ ਘਰ 'ਚ ਆਉਂਦੀ ਹੈ ਤੇ ਘਰ 'ਚ ਕਲੇਸ਼ ਪਵੇਗਾ। ਘਰ 'ਚ ਇਹਦੀ ਪਤਨੀ ਇੱਕ ਛੋਟੀ ਜੀ ਬੱਚੀ ਹੈ, ਪਤਨੀ ਆਖੇਗੀ ਮੈਂ ਰੱਜ ਕੇ ਖਾਣੀ, ਇਹ ਆਖੇਗਾ ਮੈਂ ਰੱਜ ਕੇ ਖਾਣੀ ਹੈ। ਭਾਈ ਲਹਿਣੇ ਨੇ ਅੱਜ ਪਹਿਲਾਂ ਦੁਕਾਨ ਬੰਦ ਕਰਕੇ ਮਨ 'ਚ ਕਿਹਾ, ਮਨਾ ਵੇਖ ਲਾ ਜੇ ਇਸ ਗੁਰੂ ਨੂੰ ਸੇਵਾ ਦੇ ਨਾਲ ਆਨੰਦ ਬਣਦਾ, ਇਹਦੇ ਜੀਵਨ 'ਚ ਜੰਦ ਹੈ ਕਿ ਨਹੀਂ ਹੈ। ਯਾਦ ਰੱਖਿਓ, ਪ੍ਰਚਾਰ ਮਾਈਕਾਂ ਦੇ ਵਿੱਚ ਸਟੇਜਾਂ ਤੇ ਨਹੀਂ, ਪ੍ਰਚਾਰ ਸਾਡਾ ਜੀਵਨ ਵੀ ਕਰਦਾ ਸੀ। ਅੱਜ ਬਹੁਤ ਇਹ ਜੇ ਮੈਂ ਪ੍ਰਬੰਧਕਾਂ ਨੂੰ ਕਹਿੰਦੇ ਆ ਨਾ, ਇਹ ਸਾਡੇ 'ਚ ਵੀ ਘਾਟ ਹੈ, ਪ੍ਰਚਾਰਕਾਂ ਦੇ ਵੀ ਘਾਟ। ਇੱਥੇ ਕੁਝ ਬੋਲਿਆ ਜਾਂਦਾ, ਸਾਡਾ ਜੀਵਨ ਜਦੋਂ ਨਿੱਜੀ ਵੇਖਿਆ ਜਾਂਦਾ ਉਹਦੇ ਵਿੱਚ ਜੀਵਨ ਰੂਪ ਰੇਖਾ ਹੋਰ ਹੁੰਦੀ ਹੈ। ਉੱਥੇ ਮਨ ਕਹਿੰਦਾ ਯਾਰ ਇਹੋ ਜਿਹੇ ਰੱਬ ਦੇ ਪਿਆਰੇ ਹੁੰਦੇ ਨੇ, ਇਹੋ ਜਿਹੇ ਸਿੱਖ ਹੁੰਦੇ ਨੇ, ਛੱਡੋ ਪਰਾਂ ਵਾਲ ਕਟਾਓ। ਇਹਦੇ ਵਿੱਚ ਦੋਵੇਂ ਧਿਰਾਂ, ਤਾੜੀ ਕਦੀ ਇੱਕ ਹੱਥ ਨਾਲ ਨਹੀਂ ਵੱਜਦੀ। ਜੇ ਮੈਂ ਕਹਿ ਦੇਵਾਂ ਕਿ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਵੀ ਕਮੇਟੀਆਂ ਦਾ ਕਸੂਰ ਹੈ, ਬਾਹਰਲੇ ਬੈਠੇ ਹੋਏ ਸਿੱਖਾਂ ਦਾ ਕਸੂਰ, ਜਿਹੜੇ ਪੈਸਾ ਨਜਾਇਜ਼ ਜਾ ਰਿਹਾ ਹੈ, ਸਾਡੇ ਪ੍ਰਚਾਰਕਾਂ ਦਾ ਵੀ ਕਸੂਰ ਹੈ, ਸਾਡਾ ਆਪਣਾ ਵੀ ਕਸੂਰ। ਅਸੀਂ ਜੋ ਬੋਲਦੇ ਹਾਂ ਉਹਦੇ 'ਤੇ ਪਹਿਰਾ ਨਹੀਂ ਦਿੰਦੇ। ਯਾਦ ਰੱਖਿਓ, ਜਿਸ ਵੇਲੇ ਵਿਚਾਰ ਕਿਰਦਾਰ ਨਹੀਂ ਪੈਦਾ ਕਰੇਗੀ ਉਨਾ ਚਿਰ ਕਿਸੇ ਦਾ ਜੀਵਨ ਨਹੀਂ ਬਦਲ ਸਕਦਾ। ਵਿਚਾਰ ਕਿਰਦਾਰ ਪੈਦਾ ਕਰ ਤੂੰ ਆਪਣਾ ਵਿਚਾਰ ਦੇ ਨਾਲ। ਸੋ ਮੈਂ ਗੱਲ ਨੂੰ ਨੇੜੇ ਰੱਖਾਂ। ਭਾਈ ਸ਼ੀਹਾਂ ਆਪਣੇ ਘਰ ਚਲਾ ਗਿਆ, ਉਹਦੀ ਆਪਣੀ ਪਤਨੀ ਨੂੰ ਕਹਿਣ ਲੱਗਾ ਭਾਗਾਂ ਵਾਲੀਏ ਲੈ ਗੁਰੂ ਸਾਹਿਬ ਦੀ ਕਿਰਪਾ ਹੋਈ, ਪ੍ਰਸ਼ਾਦਾ ਤਿਆਰ ਕਰ। ਉਹਨੇ ਪ੍ਰਸ਼ਾਦਾ ਤਿਆਰ ਕੀਤਾ। ਇਹਨਾਂ ਚਿਰ ਨੂੰ ਭਾਈ ਲਹਿਣਾ ਜੀ ਮਗਰ ਆ ਗਏ। ਬੂਹਾ ਖੁੱਲ੍ਹਾ ਹੋਇਆ ਸੀ, ਸਾਦੀ ਸੀ, ਝੌਂਪੜੀ ਸੀ। ਕਹਿੰਦੇ ਮਨ 'ਚ ਆਇਆ, ਮਨਾ ਦੇਖਦੇ ਅੱਜ ਇਹਨਾਂ ਦੇ ਘਰ 'ਚ ਹੁਣ ਕੀ ਬਣਦਾ ਹੈ। ਉਹਨੇ ਪ੍ਰਸ਼ਾਦਾ ਤਿਆਰ ਕੀਤਾ। ਕਰਮਾਂ ਵਾਲੀ ਨੇ 2 ਕੌਲੀਆਂ ਥੋੜ੍ਹੀ ਥੋੜ੍ਹੀ ਦਾਲ ਪਾ ਕੇ ਇੱਕ ਥਾਲੀ 'ਚ ਇੱਕ ਪ੍ਰਸ਼ਾਦਾ ਰੱਖਿਆ ਤੇ ਇੱਕ ਦੇ ਵਿੱਚ 2 ਰੱਖੇ ਨੇ। ਕਹਿਣ ਲੱਗੀ ਪਤੀ ਜੀ ਅਬ ਤੁਸੀਂ ਪ੍ਰਸ਼ਾਦਾ ਛਕੋ। ਉਹਨੇ ਵੇਖਿਆ ਤੇਰੀ ਥਾਲੀ 'ਚ, ਕਹਿੰਦੀ ਇੱਕ ਮੇਰੀ 'ਚ 2 ਨੇ। ਕਹਿਣ ਲੱਗਾ ਨਹੀਂ ਤੂੰ 2 ਪ੍ਰਸ਼ਾਦੇ ਆਪ ਛਕ ਤੇ ਇੱਕ ਮੈਨੂੰ ਦੇ ਦੇ। ਕਹਿੰਦੀ ਨਹੀਂ ਮੈਂ ਗਵਾਂਢਣ ਦੇ ਗਈ ਸੀ, ਲੱਸੀ ਪੀ ਲਈ, ਮੈਨੂੰ ਬਹੁਤੀ ਭੁੱਖ ਨਹੀਂ ਹੈ। ਤੁਸੀਂ ਸਾਰੀ ਦਿਹਾੜੀ ਕਿਰਤ ਕੀਤੀ ਹੈ, ਕਮਾਈ ਕੀਤੀ ਹੈ, ਜਿਨ੍ਹਾਂ ਨੇ ਦਿਹਾੜੀ ਦੇਣੀ ਉਹ ਖੂਨ ਨਿਚੋੜ ਲੈਂਦੇ ਨੇ, ਤੁਸੀਂ 2 ਛਕੋ, ਮੈਂ ਗੁਜ਼ਾਰਾ ਕਰ ਲਾਂਗੀ। ਭਾਈ ਸ਼ੀਹਾਂ ਦਾ ਜਵਾਬ, ਕਹਿੰਦਾ ਤੇਰੇ ਕੋਲੋਂ ਬੱਚੀ ਨੇ ਦੁੱਧ ਪੀਣਾ ਹੈ, ਮੈਂ ਮਰਦੇ ਮੈਂ ਇੱਕ ਨਾਲ ਗੁਜ਼ਾਰਾ ਕਰ ਲਾਂਗਾ। ਭਾਈ ਲੈਣਾ ਵੇਖਦਾ ਪਿਆ, ਇੱਥੋਂ ਤਾਂ ਮੈਂ ਦੀ ਆਵਾਜ਼ ਆਉਣੀ ਚਾਹੀਦੀ ਸੀ। ਉਹ ਆਖੇ ਮੈਂ ਇਹ 2 ਖਾਣੇ ਨੇ, ਉਹ ਆਖੇ ਮੈਂ ਖਾਣੇ, ਇੱਥੋਂ ਤੇ ਤੂੰ ਦੀ ਆਵਾਜ਼ ਆ ਰਹੀ ਹੈ। ਇਹਨੇ ਚਲੋ ਇੱਕ ਫਕੀਰ ਆ ਗਿਆ, ਆਵਾਜ਼ ਦਿੱਤੀ ਭਾਈ ਸ਼ੀਹੇ। ਕਹਿਣ ਲੱਗਾ ਕੌਣ? ਕਹਿਣ ਲੱਗਾ ਮੈਂ ਸੁਣਿਆ ਹੈ ਇਹ ਗੁਰੂ ਨਾਨਕ ਦੇ ਸਿੱਖ ਦਾ ਘਰ ਹੈ। ਜਦੋਂ ਇਹਨੇ ਸ਼ਬਦ ਭਾਈ ਸ਼ੀਹੇ ਦੇ ਕੰਨਾਂ ਦੇ ਵਿੱਚ ਪਏ ਤੇ ਭਾਈ ਸ਼ੀਹਾਂ ਜਿਹੜਾ ਸੀ ਅੱਖਾਂ ਦੇ ਵਿੱਚੋਂ ਨੀਰ ਵਹਿ ਤੁਰਿਆ। ਫਕੀਰ ਕਹਿੰਦਾ ਮੈਂ ਤੈਨੂੰ ਕੁਝ ਮਾੜਾ ਤਾਂ ਨਹੀਂ ਕਿਹਾ? ਕਹਿੰਦਾ ਨਹੀਂ। ਕਹਿੰਦਾ ਮੈਂ ਸੋਚਦਾ ਦਾਤਿਆ, ਕੋਈ ਆਪਣੇ ਮਹਾਨ ਬਾਪ ਕਰਕੇ ਮਹਾਨ ਜਾਣਿਆ ਜਾਂਦਾ। ਕਿਸੇ ਦਾ ਬਾਪ ਬੜਾ ਮਹਾਨ ਹੋਵੇ ਤੇ ਕਹਿ ਦਿੱਤਾ ਜਾਂਦਾ ਇਹਦਾ ਪਿਓ ਬੜਾ ਮਹਾਨ ਸੀ। ਕੋਈ ਆਪਣੀ ਧਨ ਦੌਲਤ ਕਰਕੇ ਮਹਾਨ ਜਾਣਿਆ ਜਾਂਦਾ, ਕੋਈ ਆਪਣੀ ਸੰਤਾਨ ਕਰਕੇ ਜਾਣਿਆ ਜਾਂਦਾ ਹੈ। ਦਾਤਿਆ ਮੈਂ ਕਿਹੋ ਜਿਹਾ ਅਭਾਗਾ ਹਾਂ ਜਿਹਨੂੰ ਤੂੰ ਇੰਨਾ ਕੁ ਮਾਣ ਅੱਜ ਬਖਸ਼ਿਆ ਹੈ। ਅੱਜ ਜੇ ਮੈਨੂੰ ਆਵਾਜ਼ ਪੈ ਰਹੀ ਹੈ ਤੇ ਤੇਰਾ ਸਿੱਖ ਕਹਿ ਕੇ ਆਵਾਜ਼ ਪੈ ਰਹੀ ਹੈ। ਆਹ ਸਿੱਖ ਦਾ ਕਿਰਦਾਰ ਸੀ। ਦੂਰੋਂ ਆਣ ਕੇ ਕਹਿ ਦਿੰਦੇ ਸਨ ਆਹ ਗੁਰੂ ਨਾਨਕ ਦਾ ਸਿੱਖ ਹੈ। ਉਦੋਂ ਸਿੱਖ ਨੂੰ ਨਾਮ ਦੇ ਨਾਲ ਨਹੀਂ, ਉਦੋਂ ਸਿੱਖ ਨੂੰ ਗੁਰੂ ਦੇ ਨਾਲ ਜਾਣਿਆ ਜਾਂਦਾ ਸੀ। ਅੱਜ ਤੇ ਸਾਡੇ ਨਾਵਾਂ ਦੇ ਪਲੇਟ ਬੜੀ ਤਗੜੀ ਘੁੱਟ ਕੇ ਵੱਡੀ ਤਗੜੀ ਕਰਕੇ ਲਾਈ ਹੁੰਦੀ ਨੇ, ਇਹ ਫਲਾਣੇ ਸਰਦਾਰ ਦਾ ਘਰ ਹੈ। ਭਲਿਆ ਜੇ ਸਰਦਾਰ ਦਾ ਹੀ ਘਰ ਹੈ ਤਾਂ ਗੁਰੂ ਨਾਨਕ ਦਾ ਘਰ ਕਿੱਥੇ ਹੋਏਗਾ? ਅੱਜ ਸਾਡੇ ਜੀਵਨ ਦੇ ਵਿੱਚ ਗੁਰੂ ਨਾਨਕ ਨਹੀਂ ਝਲਕਦਾ ਪਿਆ। ਫਕੀਰ ਕਹਿ ਲੱਗਾ, ਕਹਿੰਦਾ ਇਹ ਗੁਰੂ ਨਾਨਕ ਦਾ ਘਰ ਹੈ। ਭਾਈ ਸ਼ੀਹਾਂ ਕਹਿੰਦਾ ਦਾਤਿਆ ਤੇਰਾ ਸ਼ੁਕਰ ਮੈਨੂੰ ਇਸ ਨਗਰ ਦੇ ਵਿੱਚ ਤੇਰੇ ਨਾਮ ਦੇ ਨਾਲ ਕੋਈ ਜਾਣਦਾ। ਕਹਿਣ ਲੱਗੇ ਹਾਂਜੀ ਲੰਘੋ। ਫਕੀਰ ਕਹਿੰਦਾ ਲੰਘਣਾ ਕੀ ਹੈ, ਇਸ ਚੰਦਰੇ ਪੇਟ ਨੇ ਬੜੇ ਦਿਨਾਂ ਦਾ ਕੁਝ ਖਾਧਾ ਨਹੀਂ, ਪਿੰਡ 'ਚੋਂ ਕਿਤੇ ਮਿਲਿਆ ਨਹੀਂ। ਉਹਨਾਂ ਸਮੇਂ 'ਚ ਅਨਾਜ ਬਹੁਤਾ ਨਹੀਂ ਸੀ ਹੁੰਦਾ। ਕਹਿੰਦਾ ਮੈਨੂੰ ਇੰਨਾ ਕਿਸੇ ਨੇ ਕਿਹਾ ਸੀ ਹੋਰ ਕਿਤੇ ਤੇਰੀ ਇੱਛਾ ਪੂਰੀ ਹੋਵੇ ਜਾਂ ਨਾ ਹੋਵੇ, ਗੁਰੂ ਨਾਨਕ ਦੇ ਘਰੋਂ ਅੱਜ ਤੱਕ ਕੋਈ ਖਾਲੀ ਨਹੀਂ ਗਿਆ। ਭਾਈ ਸ਼ੀਹੇ ਦੇ ਘਰ ਚੱਲ ਜਾ, ਉਹ ਗੁਰੂ ਨਾਨਕ ਦਾ ਸਿੱਖ। ਆਹ ਚੇਤਾ ਰੱਖਿਓ, ਆਹ ਕਿਰਦਾਰ ਹੈ ਸਿੱਖ ਦਾ। ਭਾਈ ਸ਼ੀਹਾਂ ਕਰ ਭਾਗਾਂ ਵਾਲੀ ਨੂੰ ਕਹਿਣ ਲੱਗਾ ਆਪਣੀ ਪਤਨੀ ਨੂੰ, ਕਹਿੰਦਾ ਲੈ ਕਰਮਾਂ ਵਾਲੀ ਆਪਾਂ ਇੱਕ ਪ੍ਰਸ਼ਾਦੇ ਤੋਂ ਲੜਦੇ ਸਾਂ, ਤੂੰ ਕਹਿੰਦੀ ਸਾਂ ਤੂੰ 2 ਖਾ ਲਾ, ਮੈਂ ਕਹਿੰਦਾ ਸਾਂ ਤੂੰ ਖਾ ਲਾ। ਗੁਰੂ ਨਾਨਕ ਸਾਹਿਬ ਨੇ ਤੀਜਾ ਛਕਣ ਵਾਲਾ ਵੀ ਭੇਜ ਦਿੱਤਾ। ਉਸ ਬੀਬੀ ਨੇ ਥੋੜਾ ਪ੍ਰਸ਼ਾਦੇ ਤੇ ਥੋੜੀ ਜੀ ਦਾਲ ਪਾ ਕੇ ਫਕੀਰ ਨੂੰ ਦੇ ਦਿੱਤੀ। ਫਕੀਰ ਨੇ ਅੰਦਾਜ਼ਾ ਜਿਹਾ ਤੇ ਲਾ ਲਿਆ ਵੀ ਜਿਹੜਾ ਮੈਨੂੰ ਸਾਦਾ ਇੱਕ ਪ੍ਰਸ਼ਾਦਾ ਮਿਲਿਆ, ਬਹੁਤਾ ਕੁਝ ਇਹਨਾਂ ਦੇ ਘਰ 'ਚ ਵੀ ਨਹੀਂ ਜਾਪਦਾ। ਪਰ ਫਿਰ ਕਹਿੰਦਾ ਭੁੱਖ ਅਜੇ ਮਿਟੀ ਨਹੀਂ, ਇੱਕ ਪ੍ਰਸ਼ਾਦਾ ਹੋਰ ਦਿਓ। ਭਾਈ ਸ਼ੀਹਾਂ ਨੇ ਆਪਣਾ ਵੀ ਪ੍ਰਸ਼ਾਦਾ ਦੇ ਦਿੱਤਾ। ਆਪਣਾ ਪ੍ਰਸ਼ਾਦਾ ਦੇ ਦਿੱਤਾ। ਫਕੀਰ ਨੇ 2 ਪ੍ਰਸ਼ਾਦੇ, ਪੇਟ ਦੀ ਭੁੱਖ ਪੂਰੀ ਨਹੀਂ ਮਿਟੀ ਪਰ ਸੰਤੁਸ਼ਟੀ ਕਰਕੇ ਚੱਲ ਵਸਿਆ, ਤੁਰ ਪਿਆ। ਆਖਰ ਇਹਨਾਂ ਦੋਵਾਂ ਜੀਆਂ ਨੇ ਇੱਕ ਪ੍ਰਸ਼ਾਦਾ ਅੱਧਾ ਅੱਧਾ ਕਰਕੇ ਛਕਿਆ। ਜਿਸ ਵੇਲੇ ਭਾਈ ਲਹਿਣੇ ਦੇ ਕੋਲੋਂ ਰਿਹਾ ਨਾ ਗਿਆ। ਕਹਿਣ ਲੱਗੇ ਸ਼ੀਹੇ ਵਾਕਈ ਤੂੰ ਗੁਰੂ ਨਾਨਕ ਦਾ ਸਿੱਖ ਹੈ। ਕਹਿੰਦੇ ਕਦੀ ਗੁਰੂ ਨਾਨਕ ਦੇ ਬੋਲ ਸੁਣੇ ਸਨ ਕਿ ਜਿਹਨੂੰ ਸੇਵਾ ਦੇ ਨਾਲ ਆਨੰਦ ਮਿਲਦਾ ਹੈ, ਉਹ ਆਨੰਦ ਅੱਜ ਮੈਂ ਤੇਰੇ ਘਰ 'ਚ ਵੇਖ ਲਿਆ। ਸ਼ੀਹੇ ਤੇਰੇ ਘਰ ਦੇ ਵਿੱਚ
ਆਰਥਿਕ ਹਾਲਤ ਮੰਦੀ ਹੋ ਸਕਦੀ, ਗਰੀਬੀ ਤੇ ਹੋ ਸਕਦੀ, ਪਰ ਤੇਰਾ ਦਿਲ ਬੜਾ ਅਮੀਰ ਹੋ ਸਕਦਾ ਹੈ। ਤੂੰ ਆਪਣੇ ਬਾਦਸ਼ਾਹ ਗੁਰੂ ਨਾਨਕ ਸਾਹਿਬ ਦੇ ਕੋਲ ਮੈਨੂੰ ਇੱਕ ਵਾਰ ਜ਼ਰੂਰ ਲੈ ਜਾ। ਹੁਣ ਭਾਈ ਸ਼ੀਹੇ ਦੇ ਕੋਲੋਂ ਜੀਵਨ ਵੇਖਿਆ, ਭਾਈ ਜੋਧ ਦੇ ਕੋਲੋਂ ਬਾਣੀ ਸੁਣੀ, ਇਹ ਸਾਰਾ ਕੁਝ ਭਾਈ ਲਹਿਣਾ ਜੀ ਦੇ ਮਨ ਤੇ ਪ੍ਰਭਾਵ ਪੈਂਦਾ ਹੈ। ਹੁਣ ਮਨ 'ਚ ਸੀ ਜਦੋਂ ਇਸ ਵਾਰ ਦੇਵੀ ਦੇ ਦਰਸ਼ਨਾਂ ਨੂੰ ਜਾਵਾਂਗਾ ਤੇ ਕਰਤਾਰਪੁਰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਜ਼ਰੂਰ ਕਰਾਂਗਾ। ਇਸ ਵਾਰ ਸੰਗ ਗਿਆ। ਸੰਗ ਜਾਂਦਿਆਂ ਜਾਂਦਿਆਂ ਜਿਸ ਵੇਲੇ ਕਰਤਾਰਪੁਰ ਦੇ ਕੋਲ ਗਏ ਤੇ ਭਾਈ ਲਹਿਣਾ ਜੀ ਨੇ ਜਿੱਥੇ ਆਗੂ ਸਨ, ਜਥੇਦਾਰੀ ਕਰ ਰਹੇ ਨੇ, ਉਸ ਵੇਲੇ ਸੰਗ ਨੂੰ ਕਹਿ ਦਿੱਤਾ, ਕਹਿਣ ਲੱਗੇ ਜੇ ਤੁਸੀਂ ਰੁਕਣਾ ਮੁਬਾਰਕ ਹੈ, ਜੇ ਅੱਗੇ ਜਾਣਾ ਤੇ ਚਲੇ ਜਾਓ, ਮੈਂ ਇੱਥੇ ਗੁਰੂ ਨਾਨਕ ਸਾਹਿਬ ਦੇ ਦੀਦਾਰ ਕਰਕੇ ਜਾਵਾਂਗਾ। ਉਹ ਕਹਿਣ ਲੱਗੇ ਚਲੋ ਠੀਕ ਹੈ। ਭਾਈ ਲਹਿਣਾ ਜੀ ਨੇ ਕਰਤਾਰਪੁਰ ਨੂੰ ਘੋੜੀ ਮੋੜ ਲਈ, ਆਏ ਨਹੀਂ ਸੀ ਕਦੀ। ਮਨ 'ਚ ਸੋਚਿਆ ਮਨਾ ਪੁੱਛ ਲੈਂਦੇ ਆ ਕਿਸੇ ਨੂੰ। ਕਰਤਾਰਪੁਰ ਦੀ ਲੀਹ ਦੇ ਉੱਤੇ ਘੋੜੀ ਆਈ ਹੈ, ਸਾਹਮਣੇ ਇੱਕ ਬਾਬਾ ਘਾਹ ਖੋਤਦਾ ਹੈ। ਘਾਹ ਖੋਤਦੇ ਹੋਏ ਬਜ਼ੁਰਗ ਨੂੰ ਕਿਹਾ, ਬਾਬਾ ਤੂੰ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਜਾਣਦਾ ਹੈ, ਗੁਰੂ ਨਾਨਕ ਸਾਹਿਬ ਨੂੰ ਜਾਣਦਾ ਹੈ? ਬਾਬਾ ਕਹਿਣ ਲੱਗਾ ਹਾਂ ਮੈਂ ਜਾਣਦਾ। ਕਹਿਣ ਲੱਗਾ ਮੈਨੂੰ ਪਤਾ ਦੱਸੇਗਾ? ਕਹਿੰਦਾ ਨਹੀਂ ਮੈਂ ਪਤਾ ਨਹੀਂ ਦੱਸ ਸਕਦਾ। ਕਹਿੰਦੇ ਉਹ ਕੀ ਕਾਰਨ? ਨਾਲੇ ਤੂੰ ਕਹਿੰਦਾ ਮੈਂ ਜਾਣਦਾ ਹੈ, ਨਾਲੇ ਪਤਾ ਨਹੀਂ ਦੱਸਦਾ। ਕਹਿੰਦੇ ਪਤਾ ਪੁੱਛਣ ਵਾਲੇ ਬੜੇ ਆਉਂਦੇ ਨੇ, ਜੇ ਤੂੰ ਪਤਾ ਪੁੱਛਣਾ ਹੈ ਕਿ ਤੂੰ ਗੁਰੂ ਨਾਨਕ ਦੇ ਘਰ ਜਾਣਾ ਹੈ। ਘੋੜੀ ਤੇ ਬੈਠਾ ਹੋਇਆ ਇਹ ਨੌਜਵਾਨ 28 ਸਾਲਾਂ ਦਾ ਕਹਿਣ ਲੱਗਾ ਨੇ ਮੈਂ ਗੁਰੂ ਨਾਨਕ ਦੇ ਘਰ ਜਾਣਾ ਹੈ। ਬਾਬਾ ਕਹਿਣ ਲੱਗਾ ਜਿਹੜਾ ਪਤਾ ਪੁੱਛਣ ਆਉਂਦੇ ਨੇ ਉਹਨੂੰ ਮੈਂ ਪਤਾ ਦੱਸ ਦੇਣਾ, ਜਿਹੜਾ ਜਾਣ ਵਾਲੇ ਨੇ ਉਹਨੂੰ ਮੈਂ ਆਪ ਛੱਡ ਕੇ ਆ ਜਾਂਦਾ। ਘੋੜੀਆਂ ਦੀਆਂ ਜਿਹੜੀਆਂ ਸਨ ਲਗਾਮਾਂ ਫੜੀਆਂ, ਭਾਈ ਲਹਿਣਾ ਜੀ ਘੋੜੀ ਦੇ ਉੱਤੇ ਬੈਠੇ ਨੇ, ਇਸ ਬਜ਼ੁਰਗ ਬਾਬੇ ਨੇ ਘੋੜੀ ਦੀਆਂ ਲਗਾਮਾਂ ਫੜ ਕੇ ਅੱਗੇ ਅੱਗੇ ਤੁਰਦੇ ਜਾ ਰਹੇ ਨੇ। ਹੁਣ ਘੋੜੀਆਂ ਤੇ ਆਪਾਂ ਸਾਰਿਆਂ ਨੇ ਦੇਖੀਆਂ ਨਾ, ਇਹ 'ਚ ਤੇ ਕੋਈ ਸ਼ੱਕ ਨਹੀਂ, ਅਜੇ ਵੀ ਮਿਲਦੀਆਂ ਨੇ ਵੇਖਣ ਨੂੰ। ਲਗਾਮਾਂ ਦੇ ਵਿੱਚ ਫੜਨ ਵਾਲੇ ਦੇ ਵਿੱਚ ਤੇ ਉੱਤਨ ਬੈਠੇ ਵਾਲੇ ਵਿੱਚ ਕਿੰਨਾ ਕੁ ਵਕਬਾ ਹੁੰਦਾ ਹੈ, ਕਿਤੇ ਕਿੰਨਾ ਕੁ ਫਾਸਲਾ ਹੈ? 2-4 ਮੀਟਰ ਦਾ ਹੋ ਜਾਏਗਾ, ਇਹ ਤੋਂ ਵੱਧ ਕੀ ਹੋ ਜਾਏਗਾ? ਥੋੜ੍ਹਾ ਜਿਹਾ ਤਾਂ ਫਾਸਲਾ ਹੈ। ਤੁਰੇ ਜਾ ਰਹੇ ਨੇ। ਮੈਂ ਇਹ ਚੇਤਾ ਰੱਖਿਓ, ਅੱਗੇ ਜਾ ਕੇ ਤੁਹਾਡੇ ਨਾਲ ਸਾਂਝੀ ਕਰਨੀ, ਤਾਂ ਤੁਹਾਡੇ ਧਿਆਨ 'ਚ ਲਿਆ ਤਾ। ਆਖਰ ਅੱਗੇ ਜਿਸ ਵੇਲੇ ਗਏ ਧਰਮਸ਼ਾਲਾ ਦੇ ਵਿੱਚ ਜਾ ਕੇ ਉੱਥੇ ਬਜ਼ੁਰਗ ਬਾਬੇ ਨੇ ਕਹਿ ਦਿੱਤੇ, ਕਹਿਣਗੇ ਪੁਰਖਾ ਫਲਾਣੀ ਆਓ ਸਾਹਮਣੇ ਜਿਹੜਾ ਹੈ ਉਸ ਜਗ੍ਹਾ ਦੇ ਨਾਲ ਤੂੰ ਆਪਣੀ ਘੋੜੀ ਨੂੰ ਬੰਨ੍ਹ ਦੇ। ਉੱਧਰ ਜਲ ਪਿਆ ਹੈ, ਉੱਥੋਂ ਹੱਥ ਪੈਰ ਧੋਲਾ। ਯਾਦ ਰੱਖੀ ਸੁੱਚੇ ਕਰਨ ਦਾ ਕਨਸੈਪਟ ਨਹੀਂ ਹੈ, ਸਫਾਈ ਜ਼ਰੂਰੀ ਹੈ। ਸੁੱਚਾ ਤੇ ਅਸੀਂ ਮਨ ਕਰਨਾ ਸੀ, ਅਸੀਂ ਤਨ ਵਾਲੇ ਪਾਸੇ ਭੱਜਦੇ ਫਿਰੇ। ਜਿੱਥੋਂ ਗੁਰੂ ਨਾਨਕ ਸਾਹਿਬ ਨੇ ਕੱਢਿਆ ਸੀ ਨਾ, ਅਸੀਂ ਉੱਥੇ ਹੀ ਫੇਰ ਆ ਗਏ। ਅੱਜ ਵੀ ਬਾਬਾ ਜੀ ਹੱਥ ਸੁੱਚੇ ਕਰ ਲਓ, ਭਲੇ ਉਹ ਹੱਥ ਧਵਾ ਦਿਓ, ਹੱਥ ਸਾਫ਼ ਹੋ ਸਕਦੇ ਨੇ, ਸੁੱਚਾ ਮਨ ਹੁੰਦਾ ਹੈ। ਚਲੋ ਇਹ ਆਪਣਾ ਵਿਸ਼ਾ ਨਹੀਂ। ਭਾਈ ਲਹਿਣਾ ਜੀ ਨੂੰ ਕਹਿਣ ਲੱਗੇ ਹੱਥ ਪੈਰ ਸੁੱਚੇ ਕਰਕੇ ਥੋੜ੍ਹਾ ਜਿਹਾ ਆਰਾਮ ਲੱਗੇ, ਜਿਵੇਂ ਤੁਹਾਨੂੰ ਚੰਗਾ ਲੱਗੇ, ਤੇ ਆ ਸਾਹਮਣੇ ਧਰਮਸ਼ਾਲਾ ਅੰਦਰ ਗੁਰੂ ਨਾਨਕ ਸਾਹਿਬ ਬੈਠੇ ਨੇ, ਦੀਦਾਰ ਕਰ ਲਿਓ। ਭਾਈ ਲਹਿਣਾ ਜੀ ਘੋੜੀ ਤੋਂ ਉਤਰੇ, ਤੀਬਰ ਇੱਛਾ ਸੀ, ਹੱਥ ਮੂੰਹ ਧੋਤਾ ਥੋੜ੍ਹਾ ਜਿਹਾ, ਕਿਉਂਕਿ ਘੱਟਾ ਘੁੱਟਾ ਪੈਂਦਾ, ਤੂੰ ਘੋੜੀ ਦੇ ਪੌੜਾਂ ਦੇ ਨਾਲ ਉੱਡਦਾ ਹੈ। ਜਿਸ ਵੇਲੇ ਹੱਥ ਮੂੰਹ ਸਾਫ਼ ਕਰਕੇ ਧਰਮਸ਼ਾਲਾ ਦੇ ਦਰਵਾਜ਼ੇ 'ਤੇ ਆਏ, ਅੰਦਰ ਇੱਕ ਮੰਜੀ ਡੱਠੀ, ਸੁਧਾਰਨ ਮੰਜੀ ਹੈ, ਗੱਦੀ ਨਹੀਂ ਕੋਈ ਲੱਗੀ ਹੋਈ ਬਾਬਿਆਂ ਵਾਂਗੂ। ਇੱਕ ਮੰਜੀ ਤੇ ਬਜ਼ੁਰਗ ਬਾਬਾ ਬੈਠਾ ਹੋਇਆ। ਮਨ ਦੇ ਵਿੱਚ ਭਾਈ ਲਹਿਣੇ ਦੇ ਚੱਲਦਾ ਆ ਰਿਹਾ ਸੀ ਗੁਰੂ ਨਾਨਕ ਸਾਹਿਬ ਬੈਠੇ ਹੋਣਗੇ, 2-4 ਖੰਭਾ, ਮੋਰ ਦਾ ਖੰਭਾ ਇੱਧਰ ਫੜਿਆ ਹੋਵੇਗਾ, 2-4 ਗਲ 'ਚ ਮਾਲਾ ਹੋਣਗੀਆਂ, 2-4 ਗੜਵਈ ਬੈਠੇ ਹੋਣਗੇ, ਮਣਕੇ ਤੇ ਮਣਕਾ ਠਾਹ, ਮਣਕੇ ਤੇ ਮਣਕਾ ਵੱਜਦਾ ਹੋਵੇਗਾ, ਇੱਦਾਂ ਦਾ ਗੁਰੂ ਨਾਨਕ ਹੋਵੇਗਾ। 2-4 ਸਾਧੂ ਇੱਧਰ ਬੈਠੇ ਹੋਣਗੇ, 2-4 ਇੱਧਰ ਬੈਠੇ ਹੋਣਗੇ, ਪਰ ਅੰਦਰ ਤੇ ਕਹਾਣੀ ਕੁਝ ਹੋਰ ਸੀ। ਮੰਜੀ ਤੇ ਉੱਤੇ ਕੇਵਲ ਤੇ ਕੇਵਲ ਧੰਨ ਗੁਰੂ ਨਾਨਕ ਨਿਰੰਕਾਰ ਬੈਠੇ ਹੋਏ ਨੇ। ਜਿਸ ਵੇਲੇ ਭਾਈ ਲਹਿਣਾ ਦਰਵਾਜ਼ੇ ਤੇ ਆਇਆ, ਦਲੀਜਾਂ ਤੇ ਆਇਆ, ਜਿਹੜਾ ਘੋੜੀ ਭਜਾ ਕੇ 28 ਸਾਲਾਂ ਦਾ ਨੌਜਵਾਨ ਬੜੀ ਤੇਜ਼ੀ ਦੇ ਨਾਲ ਆਇਆ ਸੀ, ਉਹਦੇ ਕੋਲ ਦਲੀਜਾਂ ਤੋਂ ਲੈ ਕੇ ਤੇ ਮੰਜੀ ਤੱਕ ਤੁਰਿਆ ਨਾ ਗਿਆ। ਲੱਤਾਂ ਜਿਹੜੀਆਂ ਸਨ ਬਜ਼ੁਰਗਾਂ ਤੇ ਵਾਂਗ ਕੰਬਣ ਲੱਗ ਪਈਆਂ। ਮਨ ਜਿਹੜਾ ਡਰ ਲੱਗ ਪਿਆ, ਮਨਾ ਇਹ ਕੀ ਹੋ ਗਿਆ? ਸੰਗਤ 'ਚੋਂ ਪੁੱਛਿਆ, ਕਹਿਣ ਲੱਗਾ ਗੁਰੂ ਨਾਨਕ ਸਾਹਿਬ ਕਹਿੰਦੇ ਸਾਹਮਣੇ ਬੈਠੇ ਨੇ, ਤੁਰਿਆ ਨਹੀਂ ਜਾ ਰਿਹਾ। ਮਨਾ ਕੀ ਕਰ ਬੈਠਾ ਹੈ ਤੂੰ? ਗਿਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਡਿੱਕਾ, ਕਹਿਣ ਲੱਗੇ ਦਾਤਾ ਬੜੀ ਤਗੜੀ ਗਲਤੀ ਹੋ ਗਈ, ਤੇਰੇ ਕੋਲ ਆਉਣਾ ਸੀ, ਤੇਰੇ ਘਰ 'ਚ ਤੇਰੇ ਚਰਨਾਂ ਦੇ ਵਿੱਚ ਆਉਣਾ ਸੀ, ਤੈਨੂੰ ਲਗਾਮਾ ਫੜਾ ਕੇ ਆ ਗਿਆ। ਸਤਿਗੁਰੂ ਕਹਿਣ ਲੱਗੇ ਪੁਰਖਾ ਕੋਈ ਗੱਲ ਨਹੀਂ, ਵਿਰਾਗ ਨਾ ਕਰ, ਤੂੰ ਇਹ ਦੱਸ ਤੇਰਾ ਨਾਂ ਕੀ ਹੈ? ਕਹਿਣ ਲੱਗੇ ਮੇਰਾ ਨਾਮ ਲੈਣਾ। ਕਹਿੰਦੇ ਲੈਣ ਵਾਲੇ ਚੜ੍ਹ ਕੇ ਹੀ ਆਉਂਦੇ ਨੇ, ਤੂੰ ਲੈਣਾ ਤੇ ਅਸੀਂ ਤੈਨੂੰ ਕੋਈ ਦਾਤ ਦੇਣੀ ਹੈ। ਅਸੀਂ ਇਸ ਕਰਕੇ ਜਿਹੜੇ ਜਿਨ੍ਹਾਂ ਦੇਣਹਾਰ ਹੁੰਦੇ ਨੇ ਉਹ ਨੀਵੇਂ ਹੁੰਦੇ ਨੇ, ਲੈਣ ਵਾਲੇ ਉੱਚੇ ਹੀ ਹੁੰਦੇ ਨੇ। ਆਖਰ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਚਰਨ ਆਪਣੇ ਅੱਖਾਂ ਦੇ ਨੀਰ ਦੇ ਨਾਲ ਧੋ ਦਿੱਤੇ। ਇਹ ਕੀ ਕਰਮ ਕਮਾਲੇ। ਮੈਨੇ ਇੱਕ ਬੇਨਤੀ ਕਰਕੇ, ਕਿਉਂਕਿ ਸਮਾਂ ਹੋ ਚਲਿਆ, ਆਪਾਂ ਉਹਦਾ ਖਾਸ ਖਿਆਲ ਰੱਖਣਾ ਹੈ। ਯਾਦ ਰੱਖਿਓ, ਮੈਂ ਹੁਣੇ ਬੇਨਤੀ ਕੀਤੀ ਸੀ ਕਿ ਭਾਈ ਲਹਿਣਾ ਜੀ ਘੋੜੀ 'ਤੇ ਨੇ, ਕਿੰਨਾ ਕੁ ਫਾਸਲਾ ਹੈ ਜੀ, ਇੰਨਾ ਕੁ ਸਾਦਾ ਜੀਵਨ ਸੀ ਮੇਰੇ ਗੁਰੂ ਨਾਨਕ ਸਾਹਿਬ ਜੀ ਦਾ। ਭਾਈ ਲਹਿਣਾ ਜੀ
ਰਾਹ ਜਾਂਦਿਆਂ ਜਾਂਦਿਆਂ ਪਛਾਣ ਨਾ ਸਕੇ ਕਿ ਇਹ ਬਾਬਾ ਜਿਹੜਾ ਬਜ਼ੁਰਗ ਧੰਨ ਗੁਰੂ ਨਾਨਕ ਸਾਹਿਬ ਦੇ ਇੰਨਾ ਸਾਦਾ ਜੀਵਨ ਸੀ। ਅੱਜ ਤੇ ਸਾਡੇ ਪ੍ਰਚਾਰਕ ਹੀ ਐ ਲਿਸ਼ਕ ਪੁਸ਼ਕ ਕੇ ਆਉਂਦੇ ਨੇ। ਮੈਂ ਪਿਛਲੇ ਦਿਨ ਵੀ ਕਿਹਾ ਸੀ, ਨਾ ਪਤਾ ਲੱਗਦਾ ਫਿਲਮੀ ਸਟਾਰ, ਨਾ ਪਤਾ ਲੱਗਦਾ ਗੁਰੂ ਘਰ ਦਾ ਪ੍ਰਚਾਰਕ ਹੈ। ਇੰਨਾ ਸਾਦਗੀ ਦਾ ਜੀਵਨ ਸੀ ਗੁਰੂ ਨਾਨਕ ਸਾਹਿਬ ਦਾ। ਮੈਂ ਸੋਚ ਰਿਹਾ ਸੀ ਰਸਤੇ 'ਚ ਤੁਰੇ ਜਾਂਦੇ ਸੰਗਤਾਂ ਨਾ ਮਿਲਦੀਆਂ ਹੋਣਗੀਆਂ ਗੁਰੂ ਨਾਨਕ ਸਾਹਿਬ ਨੂੰ, ਪਰ ਕਿਤੇ ਮਹਿਸੂਸ ਨਹੀਂ ਹੋਇਆ ਵੀ ਇਹ ਗੁਰੂ ਨਾਨਕ ਸਾਹਿਬ ਨੇ, ਮਹਿਸੂਸ ਨਹੀਂ ਹੋਣ ਦਿੱਤਾ। ਇੰਨਾ ਸਾਦਾ ਜੀਵਨ ਸੀ। ਪਰ ਅੱਜ ਇੰਨਾ ਕੁ ਜ਼ਿਆਦਾ ਅਸੀਂ ਤਾਂ ਚੜ੍ਹ ਕੇ ਇਸ ਫਿਰਕੇ ਨੂੰ ਰੱਖ ਦਿੱਤਾ। ਜਿਹੜੇ ਬ੍ਰਾਹਮਣਵਾਦ 'ਚ ਗੁਰੂ ਨਾਨਕ ਸਾਹਿਬ ਨੇ ਕੱਢਿਆ ਸੀ, ਅੱਜ ਉੱਥੇ ਹੀ ਅਸੀਂ ਬ੍ਰਾਹਮਣਵਾਦ 'ਚ ਲਿਆ ਕੇ ਆਪਣੇ ਪ੍ਰਚਾਰਕਾਂ ਨੂੰ, ਆਪਣੇ ਸਾਧਾਂ ਸੰਤਾਂ ਨੂੰ ਲਿਆ ਕੇ ਰੱਖ ਦਿੱਤਾ। ਸਾਧੂ ਕੋਈ ਆਉਂਦਾ ਹੈ, ਪ੍ਰਬੰਧਕਾਂ ਨੂੰ ਫੋਨ ਕਰ ਦਿੱਤਾ ਜਾਂਦਾ, ਬਾਬਾ ਜੀ ਆ ਰਹੇ ਨੇ ਗੱਡੀ ਤੇ, 3-4 ਚੇਲੇ ਇੱਧਰ ਹੁੰਦੇ ਨੇ, 3-4 ਇੱਧਰ ਹੁੰਦੇ ਨੇ, ਪਤਾ ਨਹੀਂ ਬਾਬਾ ਆ ਗਿਆ ਕਿ ਬੁਲਾ ਰਹੀ ਹੈ ਕੋਈ ਨਾ ਕੋਈ। ਸਿੱਖਾ ਤੇਰੇ ਗੁਰੂ ਦਾ ਆਹ ਜੀਵਨ ਸੀ। ਸਾਦੀ ਮੰਜੀ ਤੇ ਗੁਰੂ ਬੈਠਦਾ ਸੀ, ਤੇ ਅੱਜ ਤੂੰ ਪ੍ਰਚਾਰਕ ਬਣ ਕੇ ਆਪਣੇ ਘਰਾਂ 'ਚ ਗੱਦੀਆਂ ਲਾਈ ਫਿਰਦਾ। ਤੇਰੇ ਗਲ ਦੇ ਵਿੱਚ ਮਾਲਾ ਨੇ। ਗੁਰੂ ਸਾਹਿਬ ਘਾਹ ਖੋਤਦੇ ਪਏ ਸਨ, ਅੱਜ ਸਿੱਖ ਕਿਰਤ ਕਰਨ ਤੋਂ ਭੱਜਦਾ ਪਿਆ ਹੈ। ਕਿੱਥੇ ਜੀਵਨ ਹੈ? ਮੈਂ ਜੋ ਆਰੰਭ 'ਚ ਕਿਹਾ ਸੀ ਨਾ, ਵਿਚਾਰ ਤੋਂ ਕਿਰਦਾਰ ਨਿਕਲਦਾ ਹੈ। ਅਸੀਂ ਹੌਕਾ ਤਾਂ ਦਿੰਦੇ ਹਾਂ ਕਿਰਤ ਕਰੋ ਨਾਮ ਜਪੋ। ਗੁਰੂ ਨਾਨਕ ਸਾਹਿਬ ਦਾ ਸਿਧਾਂਤ, ਗੁਰੂ ਨਾਨਕ ਸਾਹਿਬ ਦਾ ਜੀਵਨ ਇੱਦਾਂ ਦਾ ਸੀ। ਇਹ ਗੱਲ ਯਾਦ ਰੱਖਿਓ, ਭਾਈ ਲਹਿਣਾ ਜੀ ਪਛਾਣ ਨਾ ਸਕੇ ਕਿੰਨਾ ਕੁ ਸਾਦਾ ਮੇਰੇ ਸਤਿਗੁਰਾਂ ਦਾ ਜੀਵਨ ਹੋਵੇਗਾ। ਸਿੱਖਾ ਤੂੰ ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਤਾਂ ਹੀ ਤੇਰੇ ਕੋਲ ਚੱਲਿਆ ਪ੍ਰਵਾਨ ਹੈ, ਜੇ ਗੁਰੂ ਦੀ ਜੀਵਨ ਤੋਂ ਕੋਈ ਨਾ ਕੁਝ ਤੂੰ ਸੇਧ ਲੈ ਲੈ। ਨਹੀਂ ਤੇ ਅਸੀਂ, ਮੈਂ ਜਿਵੇਂ ਆਰੰਭ 'ਚ ਕਿਹਾ, ਅਸੀਂ ਗੁਰੂ ਨੂੰ ਤੇ ਮੰਨੀ ਜਾਂਦੇ, ਗੁਰੂ ਦੀ ਮੰਨਦੇ ਕੋਈ ਨਹੀਂ। ਅਸੀਂ ਰੁਮਾਲੇ ਤੇ ਮਹਿੰਗੇ ਤੋਂ ਮਹਿੰਗੇ ਰੁਮਾਲੇ ਚੜਾਏ ਜਾਂਦੇ ਨੇ, ਮਹਿੰਗੇ ਤੋਂ ਮਹਿੰਗੇ ਜਿਹੜੇ ਨੇ ਉਹ ਵੱਡੇ ਵੱਡੇ ਸਮਾਗਮ ਕੀਤੇ ਜਾਂਦੇ ਨੇ। ਆਊਟਪੁੱਟ ਕੀ ਨਿਕਲਦੀ ਹੈ? ਜ਼ੀਰੋ ਨਿਕਲ ਆਉਂਦੀ ਹੈ। ਮਗਰ ਜਿਹੜਾ ਰੁਮਾਲਾ ਚੜਾਇਆ, ਬਾਬਾ ਜੀ ਨੂੰ ਕਹਿ ਦਿੱਤਾ ਆਣ ਕੇ, ਬਾਬਾ ਜੀ ਇੱਥੇ ਵੱਟ ਰਹਿ ਗਿਆ ਸੀ ਰੁਮਾਲੇ ਦੇ, ਚਾਦਰ ਇੱਧਰੋਂ ਉੱਚੀ ਸੀ ਇੱਧਰੋਂ ਨੀਵੀਂ ਸੀ। ਇਹ ਨਹੀਂ ਆਣ ਕੇ ਕਿਹਾ ਬਾਬਾ ਜੀ ਰੁਮਾਲਾ ਚੁੱਕ ਕੇ ਕਿਤੇ ਮੈਨੂੰ ਗੁਰੂ ਦੀ ਗੋਚ 'ਚ ਬਹਿ ਲੈਂਦੇ ਹੋ, ਮੈਂ ਵੀ 4 ਅੱਖਰ ਪੜ੍ਹ ਕੇ ਪੁੱਛ ਲਵਾਂ ਗੁਰੂ ਕਹਿੰਦਾ ਕੀ ਪਿਆ। ਨਹੀਂ, ਇਹਨਾਂ ਚੀਜ਼ਾਂ ਤੋਂ ਅਸੀਂ ਕਈ ਕੋਹਾਂ ਦੂਰ ਹੈ, ਕਿਉਂਕਿ ਗੁਰੂ ਬਾਬਿਆਂ ਦਾ, ਸਾਡਾ ਗੁਰੂ ਕੁਛ ਨਹੀਂ ਲੱਗਦਾ। ਅਸੀਂ ਆਉਣਾ ਹੈ, ਗੋਲਕ 'ਚ ਪੈਸੇ ਪਾਏ ਤੇ ਦੇਗ ਲਈ ਤੇ ਘਰ ਨੂੰ ਚਲੇ ਗਏ। ਇਸ ਤੋਂ ਵੱਧ ਸਾਡਾ ਹੋਰ ਕੋਈ ਨਹੀਂ। ਯਾਦ ਰੱਖਿਓ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਸ ਸਿਧਾਂਤ ਦਿੱਤਾ ਸੀ ਨਾ, ਉਹਨਾਂ ਨੇ ਉਹ ਕਮਾ ਕੇ ਵੀ ਵਿਖਾਇਆ। ਮੈਂ ਸਮਾਪਤੀ ਕਰਾਂ, ਆਖਰ 7 ਸਾਲ ਦੀ ਉਹ ਕਰੜੀ ਘਾਲ ਕਮਾਈ ਸੀ, ਜਿਹੜੀ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਭਾਈ ਲਹਿਣਾ ਜੀ ਨੇ ਕੀਤੀ। ਤੇ ਜਿਹੜੇ ਲੋਕ ਕਹਿੰਦੇ ਸਨ ਕਿ ਬਾਹਮਣ ਗੁਰੂ ਹੈ ਜਗਤ ਕਾ, ਜਿਹੜੇ ਇਹ ਕਹਿੰਦੇ ਸਨ ਕਿ ਬ੍ਰਾਹਮਣ ਦੇ ਘਰ ਜੰਮਿਆ ਹੋਇਆ ਪੁੱਤਰ ਬ੍ਰਾਹਮਣ ਹੈ, ਮੇਰੇ ਸਤਿਗੁਰੂ ਨੇ ਉਲਟੀ ਗੰਗਾ ਵਹਾ ਦਿੱਤੀ। ਜਿਹੜੀ ਗੱਦੀ ਸੀ, ਜਿੱਥੇ ਪਹਿਲਾਂ ਗੱਲ ਆਰੰਭ ਹੋਈ ਸੀ ਕਰਮ ਨੂੰ ਪ੍ਰਧਾਨਤਾ ਸੀ, ਸਤਿਗੁਰਾਂ ਨੇ ਉੱਥੇ ਫਿਰ ਕਰਮ ਨੂੰ ਪ੍ਰਧਾਨਤਾ ਦੇ ਦਿੱਤੀ। ਇੱਥੇ ਜੇ ਪੁੱਤਰੀ ਕੌਲ ਨਾ ਪਾਲਿਓ, ਜੇ ਪੁੱਤਰ ਗੱਲ ਨਹੀਂ ਮੰਨਦੇ, ਉਹਨਾਂ ਦੀ ਕੋਈ ਜਗ੍ਹਾ ਨਹੀਂ। ਇੱਥੇ ਸੇਵਕ ਨੂੰ ਪਹਿਲ ਦਿੱਤੀ ਗਈ ਹੈ, ਇੱਥੇ ਸੇਵਾ ਨੂੰ, ਇੱਥੇ ਭਾਵਨਾ ਨੂੰ ਹੈ। ਜਿੱਥੋਂ ਵਿਚਾਰ ਆਰੰਭ ਹੋਈ ਸੀ, ਪਿਛਲੇ ਦਿਨੀ ਸਾਬਰ ਸਾਹਿਬ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀ ਕਿ ਹੁਕਮ ਰਜਾਈ ਨੂੰ ਚੱਲਣ ਵਾਲੇ, ਉਹਨੂੰ ਮੰਨਣ ਵਾਲੇ। ਮੈਂ ਸੋਚਦਾ ਸਾਂ ਕਿੱਥੇ ਗੱਲ ਦੀ ਸਮਾਪਤੀ ਕਰਾਂ, ਪਰ ਮੈਨੂੰ ਇਹਨਾਂ ਦਾ ਵਿਸ਼ਾ ਬੜਾ ਵਧੀਆ ਲੱਗਾ। ਯਾਦ ਰੱਖਿਓ, ਉਹ ਹੁਕਮ ਦੀ ਮੂਰਤ ਜਿਹੜੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਤਸਵੀਰ ਵਿਖਾਈ ਸੀ, ਉਹਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵਾਕਈ ਅਪਣਾ ਕੇ ਸਾਡੇ ਸਾਹਮਣੇ ਰੱਖ ਦਿੱਤਾ। ਗੁਰੂ ਨਾਨਕ ਸਾਹਿਬ ਕਹਿੰਦੇ ਸਨ, ਭਲਿਆ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾਲ, ਤੇ ਨਾਲ ਹੀ ਕਹਿ ਦਿੱਤਾ ਹੁਕਮ ਰਜ਼ਾਈ ਚੱਲਣਾ। ਉਹ ਚੱਲਣਾ ਕਿਵੇਂ ਆ? ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦਾ ਜੀਵਨ ਸਾਨੂੰ ਇਹ ਪੇਸ਼ਕਾਰੀ ਕਰਦਾ, ਸਾਡੇ ਸਾਹਮਣੇ ਇਹ ਦਾਤ ਝੋਲੀ 'ਚ ਪੈਂਦੀ ਹੈ। ਸੋ ਇਹੋ ਜਿਹੇ ਦਾਤੇ ਦਾ ਅੱਜ ਪ੍ਰਕਾਸ਼ ਦਿਹਾੜਾ ਆਪ ਸਰਬੱਤ ਸੰਗਤਾਂ ਮਨਾ ਰਹੇ ਜੇ। ਆਪ ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,